ਤੇ ਕਨੀਜ਼ਾ ਉਹ ਕੀ ਕਰਾਉਂਦੇ ਨੇ? ਗੰਦਾ 2 ਨੰਬਰ ਕੰਮ ਕਰਵਾਉਂਦੇ ਨੇ। ਹੋਰ ਵੀ ਬੀਬੀਆਂ ਸੀ ਉੱਥੇ? ਹਾਂਜੀ 2-3 ਸਾਲ। ਕੀ ਕਹਿੰਦੀਆਂ? ਮੈਨੂੰ ਉਹਨਾਂ ਗੱਲਾਂ ਲਾਈ ਰੱਖਿਆ, ਫਿਰ ਉਹਨਾਂ ਚਾਹ ਪਵਾਈ ਤੇ ਮੈਨੂੰ ਬਾਅਦ ਚ ਹੋਸ਼ ਨਹੀਂ ਰਹੀ ਕਿ ਮੈਂ ਕਿੱਥੇ ਪਈ। ਜਦੋਂ ਮੈਨੂੰ ਹੋਸ਼ ਆਈ ਮੈਂ ਇਹਨਾਂ ਨੂੰ ਪੁੱਛਿਆ ਵੀ ਉਹ ਕਿੱਧਰ ਗਏ ਨੇ, ਨਾ ਆਖਿਆ 50,000 ਰੁਪਇਆ ਲੈ ਕੇ ਚਲੇ ਗਏ, ਤੈਨੂੰ ਵੇਚ ਕੇ ਚਲੇ ਗਏ। ਕਿੰਨੇ ਦਿਨ ਬਾਅਦ ਨਸੇ ਸੀ? 10-15 ਦਿਨਾਂ ਬਾਅਦ। 10-15 ਦਿਨ ਕੀ ਹੋਇਆ ਉੱਥੇ? 2-4 ਬੰਦੇ ਮੇਰੇ ਨਾਲ ਜ਼ਿਆਦਤੀ ਕਰਦੇ ਸਨ, ਮੇਰੇ ਕੋਲ ਬਰਦਾਸ਼ਤ ਨਹੀਂ ਹੋਈ। ਕਿੰਨੀ ਵਾਰ ਜ਼ਿਆਦਤੀ ਹੋਈ? 10-15 ਵਾਰੀ ਜ਼ਿਆਦਤੀ ਹੋਈ। 10-15 ਅਲੱਗ-ਅਲੱਗ ਬੰਦੇ ਸੀ? ਹਾਂਜੀ। ਮਦਦ ਦਾ ਸੇ ਕਿਹਾ ਜਿਹੜੇ ਆਂਦੇ ਸੀ ਉੱਥੇ? ਨਹੀਂ ਆਂਦੇ ਨੇ, ਅਸੀਂ ਕੀ ਕਰੀਏ, ਅਸੀਂ ਪੈਸੇ ਦਿੱਤੇ ਨੇ। ਜੇਠ ਤੇ ਜਠਾਣੀ ਨੇ ਘਟੀਆ ਹਰਕਤ ਕੀਤੀ। ਤੁਸੀਂ ਪ੍ਰੈਗਨੈਂਟ ਸੀ? ਹਾਂਜੀ। ਨਾਰਮਲ ਹੈ? ਹੁਣ ਕੀ ਹੋਇਆ? ਜ਼ਾਇਆ ਹੋ ਗਿਆ, ਪੇਟ 'ਚ ਲੱਤਾਂ ਮਾਰੀਆਂ ਸਨ। ਕਿੰਨੇ ਮਾਰੀਆਂ? ਮਾਰੀਆਂ ਸਨ, ਆਸਫ ਨੇ ਤੇ ਨਸੀਮ ਨੇ। ਤੁਹਾਡੀ ਬੀਬੀ ਜਿਹੜੀ ਸੀ 5ਵਾਂ ਹਾਮਲਾ ਸੀ? ਹਾਂਜੀ। ਭਰਾ ਤੇ ਭਰਜਾਈ ਨੇ ਜਾ ਕੇ ਵੇਚਤੀ ਜੀ। ਫਿਰ ਉੱਥੇ ਜ਼ਿਆਦਤੀ ਹੋਈ ਜੀ। ਫਿਰ ਵੀ ਤੁਸੀਂ ਉਹਨੂੰ ਮਾਫ ਕਰਤਾ ਆਪਣੇ ਭਰਾ? ਬਸ ਕੀ ਕਰੀਏ, ਫਿਰ ਮਜਬੂਰੀਆਂ ਕੁਝ ਮਾਰ ਜਾਂਦੀਆਂ ਨੇ। ਕੋਈ ਕਾਰਵਾਈ ਨਹੀਂ ਕਰਾਓਗੇ ਆਪਣੇ ਬੇਟੇ ਦੇ ਖਿਲਾਫ? ਕਾਰਵਾਈ ਖਤਮ ਕਰਾਤੀ। ਉਹਨੂੰ ਕੋਈ ਸਜ਼ਾ ਨਹੀਂ ਹੋਈ? ਨਹੀਂ। ਉਹਨੇ ਜ਼ੁਲਮ ਕੀਤਾ? ਜ਼ੁਲਮ ਤਾਂ ਹੁਣ ਫਿਰ ਹੁੰਦੇ ਦਿਨ ਨੇ ਦੁਨੀਆ ਦੇ ਵਿੱਚ। ਹੋਇਆ ਜ਼ੁਲਮ? ਹਾਂਜੀ। ਜ਼ਿਆਦਤੀ ਹੋਈ ਹੈ, ਗਲਤ ਹੋਇਆ, ਲੇਕਿਨ ਉਹਨੂੰ ਸਜ਼ਾ ਨਹੀਂ ਮਿਲੀ। ਨਹੀਂ। ਵੱਡੀ ਨੂੰਹ ਹੈ ਤੁਹਾਡੀ, ਉਹਨੇ ਜ਼ੁਲਮ ਕੀਤਾ? ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਜ਼ੁਲਮ ਕੀਤਾ। ਜਿਹੜੀ ਨੂੰਹ ਹੈ ਸਿਧਰਾ, ਹਾਂਜੀ, ਇਹਦੇ ਮਾਪਿਓ ਨੇ ਕੁਝ ਨਹੀਂ ਕੀਤਾ ਤੁਹਾਨੂੰ? ਉਹਨਾਂ ਦੇ ਤਾਂ ਗੱਲ ਹੀ ਨਹੀਂ ਪਹੁੰਚੀ, ਅਸੀਂ ਐਵੇਂ ਝੂਠ ਮਾਰੀ, ਉਹਨਾਂ ਕੋਲ पता ही नहीं है। अस्सलाम वालेकुम नाजरीन, प्रोग्राम पकड़ के साथ मैं हूँ आपका मेज़बान औसाफ अली खान। आज आपको जुल्म, बर्बरियत और सफाकियत की एक दर्दनाक कहानी बताएंगे, जिसमें उकाड़ा की 20 साला शादीशुदा सिद्रा को उसके जेठ और जेठानी 50,000 रुपये के एवज बेच देते हैं, जबकि सिद्रा 5 माह की हामला थी। सिद्रा को मुसलसल 1 महीने तक ज़्यादती का निशाना बनाया जाता है। सिद्रा इस घिनौने गिरोह का कैसे शिकार हुई और इनके चुंगल से कैसे फ़रार हुई, इस घिनौने काम में कौन कौन मुलविस था और पुलिस का इस सारे मामले में क्या किरदार था। अस्सलाम वालेकुम बेटा। वालेकुम सलाम। क्या नाम है आपका? मेरा नाम सिद्रा। सिद्रा है। क्या उम्र है आपकी? मेरी उम्र 20 साल। कब शादी हुई थी? 4 साल पहले। 4 साल पहले? 16 साल की उम्र में शादी हुई थी? हाँ जी। क्या हुआ आपके साथ? वाकया क्या हुआ? ਇੱਥੋਂ ਮੈਨੂੰ ਲੈ ਗਏ ਨੇ ਸ਼ਾਦੀ ਦੇ ਬਹਾਨੇ ਵੀ ਅਸੀਂ ਕਿਹਦੀ ਸ਼ਾਦੀ ਦੇ ਬਹਾਨੇ? ਉੱਥੇ ਮੇਰੀ ਜਠਾਣੀ ਦੇ ਦੋਸਤ ਸੀ ਤੇ ਆਂਦੀ ਹੁੰਦੀ ਸ਼ਾਦੀ ਤੇ ਤੁਸੀਂ ਜਾਣਾ ਤੇ ਚਲੇ ਜਾ ਨਾਲ, ਬੱਚਿਆਂ ਨੂੰ ਵੀ ਰਹਿਣ ਦੇ ਤੇ ਆਪਾਂ ਹੁਣੇ ਆ ਜਾਣਾ ਘੰਟੇ ਡੇਢ ਨੂੰ, ਬੱਚਿਆਂ ਨੂੰ ਇੱਥੇ ਰਹਿਣ ਦੇ, ਕੁੜੀਆਂ ਕੋਲ, ਕੁੜੀਆਂ ਨੇ ਉਹਨਾਂ ਦੀ ਵੱਡੀਆਂ ਉਹਨਾਂ ਕੋਲ। ਮੈਂ ਕਿਹਾ ਠੀਕ ਹੈ। ਫਿਰ ਇਹਨਾਂ ਨੇ, ਮੈਂ ਕਿਹਾ ਮੈਂ ਆਪਣੇ ਖਾਵੰਦ ਨੂੰ ਪੁੱਛ ਲਵਾਂ, ਇਹਨਾਂ ਕਿਹਾ ਨਹੀਂ ਅਸੀਂ ਪੁੱਛਿਆ, ਤੂੰ ਚੱਲ ਸਾਡੇ ਨਾਲ। ਤੇ ਮੈਂ ਕਿਹਾ ਠੀਕ ਹੈ, ਮੈਂ ਚਲੇ ਗਈ। ਮੈਨੂੰ ਉੱਥੇ ਵੇਚ ਕੇ ਤੇ ਆ ਗਏ। ਮੈਨੂੰ ਚਾਹ ਇਹਨਾਂ ਵੀ ਪੀਤੀ। ਕਿਵੇਂ ਲੈ ਕੇ ਗਏ ਸੀ? ਗਏ ਕਾਰ ਤੇ ਲੈ ਕੇ ਗਏ ਸਨ। ਜਠਾਣੀ? ਹਾਂਜੀ। ਜੇਠ ਆਸਫ ਤੇ ਨਸੀਮ। ਫਿਰ ਕਿੱਥੇ ਗਏ ਸੀ? ਇਹ ਖਾਨੇਵਾਲ ਕੱਚੇ ਖੂਹ। ਖਾਨੇਵਾਲ ਕੱਚੇ ਖੂਹ? ਹਾਂਜੀ। ਉੱਥੇ ਜਦੋਂ ਤੁਸੀਂ ਪਹੁੰਚੇ ਤੇ ਫਿਰ ਅੱਗੇ ਕੋਈ ਸ਼ਾਦੀ ਸੀ? ਨਹੀਂ। ਕੀ ਹੋਇਆ ਅੱਗੇ? ਤੇ ਆਪੇ ਬੈਠਕ ਚ ਬੈਗ ਨੇ ਮੈਨੂੰ ਇਹਨਾਂ ਅੰਦਰ ਬਹਾ ਦਿੱਤਾ। ਇਹਨਾਂ ਵੀ ਚਾਹ ਪੀਤੀ, ਮੈਂ ਵੀ ਪੀਤੀ। ਕਿਸੇ ਦਾ ਘਰ ਸੀ? ਹਾਂਜੀ। ਕਿਹਦਾ ਘਰ ਸੀ? ਇਹ ਮਨੀਰ ਦਾ ਤੇ ਕਨੀਜ਼ਾ ਦਾ। ਮੁਨੀਰ ਤੇ ਕਨੀਜ਼ਾ ਕੌਣ? ਉੱਥੇ ਜਿਹੜਾ ਕੰਮ ਕਰਵਾਉਂਦੇ ਨੇ ਗੰਦਾ, ਉਹ ਨੇ। ਮੁਨੀਰ ਤੇ ਕਨੀਜ਼ਾ? ਹਾਂਜੀ। ਕਿਹੜਾ ਇਲਾਕਾ? ਖਾਨੇਵਾਲ ਕੱਚਾ ਖੂਹ। ਖਾਨੇਵਾਲ ਕੱਚਾ ਖੂਹ? ਹਾਂਜੀ। ਉਹ ਕੀ ਕਰਾਉਂਦੇ ਨੇ? ਉਹ ਗੰਦਾ 2 ਨੰਬਰ ਕੰਮ ਕਰਵਾਉਂਦੇ ਨੇ। ਹੋਰ ਵੀ ਬੀਬੀਆਂ ਸੀ ਉੱਥੇ? ਹਾਂਜੀ 2-3। ਕਿੰਨੀ ਬੀਬੀਆਂ ਸੀ? 2-3 ਸਨ। ਅੱਛਾ, ਤੁਸੀਂ ਉੱਥੇ ਗੱਡੀ ਤੇ ਪਹੁੰਚੇ ਹੋ? ਹਾਂਜੀ। ਫਿਰ ਤੁਹਾਨੂੰ ਅੰਦਰ ਕਮਰੇ ਭੇਜਤਾ ਉਹਨਾਂ ਨੇ? ਮੈਨੂੰ ਅੰਦਰ ਕਮਰੇ ਅੰਦਰ ਕੌਣ ਸੀ? ਅੰਦਰ ਉਹਨਾਂ ਦੀ ਬੁੱਢੀ ਸੀ ਕਨੀਜ਼ਾ ਤੇ ਉਹਨਾਂ ਦੀ ਕੁੜੀਆਂ ਸਨ 2-3, ਉਹਨਾਂ ਦੀ ਆਦੀਆਂ ਕੁੜੀਆਂ। ਕੀ ਕਹਿੰਦੀਆਂ? ਮੈਨੂੰ ਉਹਨਾਂ ਗੱਲਾਂ ਲਾਈ ਰੱਖਿਆ, ਫਿਰ ਉਹਨਾਂ ਚਾਹ ਪਵਾਈ ਤੇ ਮੈਨੂੰ ਬਾਅਦ ਚ ਹੋਸ਼ ਨਹੀਂ ਰਹੀ ਕਿ ਮੈਂ ਕਿੱਥੇ ਪਈ। ਜਦੋਂ ਮੈਨੂੰ ਹੋਸ਼ ਆਈ ਮੈਂ ਉਹਨਾਂ ਨੂੰ ਪੁੱਛਿਆ ਵੀ ਉਹ ਕਿੱਧਰ ਗਏ ਨੇ, ਨਾ ਆਖਿਆ 50,000 ਰੁਪਇਆ ਲੈ ਕੇ ਚਲੇ ਗਏ, ਤੈਨੂੰ ਵੇਚ ਕੇ ਚਲੇ ਗਏ। ਮੈਂ ਉੱਥੋਂ ਨੱਸੀਆਂ ਤੇ ਫਿਰ ਮੈਂ ਇੱਥੇ ਆਈ ਸੀ। ਮੈਨੂੰ ਵਾਪਸ ਨਹੀਂ ਆਉਣ ਦਿੱਤਾ। ਉੱਥੋਂ ਕਿਵੇਂ ਨੱਸੀ ਹੋ ਤੁਸੀਂ? ਉੱਥੋਂ ਮੇਰੀ ਤਬੀਅਤ ਨਹੀਂ ਠੀਕ ਸੀ, ਮੈਨੂੰ ਬੁਖਾਰ ਸੀ ਤੇ ਮੈਂ ਦਵਾਈ ਲੈਣ ਗਈ। ਕਿੰਨੇ ਦਿਨ ਬਾਅਦ ਨੱਸੇ ਸੀ? ਇਹ 10-15 ਦਿਨਾਂ ਬਾਅਦ। 10-15 ਦਿਨਾਂ ਬਾਅਦ? 10-15 ਦਿਨ ਕੀ ਹੋਇਆ ਉੱਥੇ? ਉੱਥੇ 2-4 ਬੰਦੇ ਮੇਰੇ ਨਾਲ ਜ਼ਿਆਦਤੀ ਕਰਦੇ ਸਨ, ਮੇਰੇ ਕੋਲ ਬਰਦਾਸ਼ਤ ਨਹੀਂ ਹੋਈ। ਪੈਸੇ ਦੇ ਕੇ ਉਹਨਾਂ ਨੂੰ? ਹਾਂਜੀ। ਤੇ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਤੁਹਾਨੂੰ ਤੇ ਇੱਥੇ ਅਗਵਾ ਕਰਕੇ ਲੈ ਆਏ ਨੇ, ਮਜਬੂਰੀ ਹੈ? ਨਹੀਂ, ਮੈਨੂੰ ਇਹਨਾਂ ਨੇ ਇਹ ਕਿਹਾ ਸੀ ਕਿ ਵਿਆਹ ਤੇ ਜਾਣਾ। ਅੱਛਾ, ਤੇ 10-15 ਦਿਨ ਤੁਸੀਂ ਉੱਥੇ ਰਹੇ ਹੋ? ਹਾਂਜੀ। ਨਹੀਂ ਵੈਸੇ ਤਾਂ ਮੈਂ ਮਹੀਨਾ ਉੱਥੇ ਰਹਿ ਕੇ ਆਈ ਸੀਗੀ। ਮਹੀਨਾ ਉੱਥੇ ਰਹੇ ਹੋ? ਹਾਂਜੀ। ਇੱਕ ਵਾਰੀ ਨੱਸੇ ਮੈਨੂੰ ਰਾਸਤੇ 'ਚ ਪਕੜ ਕੇ ਲੈ ਗਿਆ, ਉੱਥੇ ਮਾਰ ਕੁੱਟ ਕੇ ਛੱਡ ਆਏ ਸਨ। ਕਿਵੇਂ ਨੱਸੀ ਸੀ ਉੱਥੋਂ? ਉੱਥੇ ਮੇਰੀ ਤਬੀਅਤ ਨਹੀਂ ਸੀ ਠੀਕ, ਮੈਂ ਪੈਸੇ ਲੈ ਕੇ ਦਵਾਈ ਲੈਣ ਗਈ ਸੀ ਤੇ ਮੈਂ ਨੱਸ ਕੇ ਆ ਗਈ। ਰਾਸਤੇ 'ਚ ਇਹਨਾਂ ਫੋਨ ਕੀਤਾ ਕਿ ਉਹ ਨੱਸ ਕੇ ਚਲੀ ਗਈ। ਅੱਛਾ। ਮੈਂ ਰਾਸਤੇ 'ਚ ਮੈਨੂੰ ਰਾਸਤੇ 'ਚ ਪਕੜ ਕੇ ਲੈ ਗਏ, ਉੱਥੇ ਮਾਰ ਕੁੱਟ ਕੇ ਫਿਰ ਛੱਡ ਕੇ ਆ ਗਏ। ਰਾਸਤੇ ਤੋਂ ਕਿੱਥੋਂ ਫੜਿਆ ਸੀ ਤੁਹਾਨੂੰ? ਅੱਡੇ ਤੇ ਬੈਠੀ ਸੀ ਬੱਸ ਨੂੰ। ਤੁਸੀਂ ਪੁਲਿਸ ਨਾਲ ਰਾਬਤਾ ਨਹੀਂ ਕੀਤਾ? ਨਹੀਂ, ਮੈਂ ਮੋਬਾਈਲ ਹੀ ਨਹੀਂ ਸੀ ਹੈ।
ਤੇ ਕਿਸੇ ਨੂੰ ਦੱਸਿਆ ਨਹੀਂ ਬਾਹਰ ਜਦੋਂ ਭੱਜੇ ਹੋ ਤੇ ਕਿਸੇ ਨੂੰ ਦੱਸਿਆ ਨਹੀਂ ਮੈਂ ਪੁਲਿਸ? ਮੈਨੂੰ ਆਪ ਡਰ ਬੜਾ ਲੱਗਦਾ ਸੀ, ਉੱਥੇ ਸਾਰਿਆਂ ਨੂੰ ਪਤਾ ਕਿ 2 ਨੰਬਰ ਕੰਮ ਕਰਵਾਉਂਦੇ ਨੇ। ਅੱਛਾ, ਫਿਰ ਤੁਸੀਂ ਭੱਜੇ ਹੋ ਤਾਂ ਤੁਹਾਨੂੰ ਉਹਨਾਂ ਨੇ ਲਾੜੀ ਅੱਡੇ ਤੋਂ ਫੜ ਲਿਆ? ਹਾਂਜੀ ਫਿਰ ਵਾਪਸ ਲੈ ਗਏ? ਹਾਂਜੀ, ਉੱਥੇ ਮਾਰ ਕੁੱਟ ਕੇ ਫਿਰ ਛੱਡ ਆਏ ਸਨ। ਫਿਰ ਕੀ ਕੁਛ ਮਾਰਿਆ ਕੁੱਟਿਆ? ਕਿਹਨੇ ਮਾਰਿਆ ਸੀ? ਆਸਫ ਨੇ ਤੇ ਨਸੀਮ ਨੇ। ਭਾਈਆਂ ਨੇ? ਹਾਂਜੀ। ਉਹ ਕੌਣ ਸੀ? ਦਲਾਲ ਸੀ? ਨਹੀਂ, ਉਹ ਜਿਹੜੇ ਦਲਾਲ ਨੇ ਉੱਥੇ ਹੀ ਨੇ, ਤੇ ਆਸਫ ਤੇ ਨਸੀਮ ਮੇਰੇ ਜੇਠ ਤੇ ਜਠਾਣੀ। ਅੱਛਾ, ਆਸਫ ਤੇ ਨਸੀਮ ਉਹਨਾਂ ਨੇ ਤੁਹਾਨੂੰ ਆ ਕੇ ਲਾੜੀ ਅੱਡੇ ਫੜਿਆ ਦੁਬਾਰਾ? ਹਾਂਜੀ। ਫਿਰ ਉਹ ਤੁਹਾਨੂੰ ਉੱਥੇ ਛੱਡ ਕੇ ਆਏ ਨੇ ਦੁਬਾਰਾ? ਅੱਛਾ, ਪਹਿਲੇ ਇੱਕ ਵਾਰ ਛੱਡ ਕੇ ਆਏ ਨੇ, ਫਿਰ 10-15 ਦਿਨ ਬਾਅਦ ਤੁਸੀਂ ਉੱਥੋਂ ਭੱਜੇ ਹੋ, ਫਿਰ ਉੱਥੋਂ ਉਹਨਾਂ ਨੇ ਫੜਿਆ, ਫਿਰ ਉੱਥੇ ਛੋੜ ਕੇ ਆਏ? ਹਾਂਜੀ। ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਤਰਸ ਖਾਓ, ਮੈਂ ਤੁਹਾਡੀ ਨਹੀਂ ਭਰਜਾਈਆਂ? ਉਹ ਪਹਿਲੇ ਆ ਵੀ ਇੱਕ ਗੰਦਾ ਕੰਮ ਕਰਦੀ, ਉਹ ਦੁਬਈ ਤਿੱਕਰ ਜਾਂਦੀ। ਅੱਛਾ, ਤੁਹਾਡੀ ਜਠਾਣੀ? ਹਾਂਜੀ। 50,000 ਤੇ ਉਹਨੇ ਵੇਚਿਆ ਤੁਹਾਨੂੰ? ਹਾਂਜੀ, ਆਪ ਉਹ ਲੱਖ ਲੈਂਦੀ ਹੈ, ਦੁਬਈ ਤਿੱਕਰ ਜਾਂਦੀ। ਅੱਛਾ ਜੀ। ਹਾਂਜੀ। ਅੱਛਾ, ਤੁਸੀਂ ਉੱਥੇ ਗਏ ਹੋ, ਫਿਰ ਸਾਰਾ ਮਾਮਲਾ ਹੋਇਆ, ਫਿਰ ਤੁਸੀਂ ਉੱਥੋਂ ਦੁਬਾਰਾ ਕਿਵੇਂ ਭੱਜੇ ਹੋ? ਦੁਬਾਰਾ ਫਿਰ ਮੈਂ ਇਹਨਾਂ ਨੇ ਆਦੀ ਕੁੜੀ ਮੇਰੇ ਨਾਲ ਇਕੱਲੀ ਸੀ ਬਾਹਰ ਸੌਦਾ ਲੈਣ, ਮੈਂ ਕੁੜੀ ਨੂੰ ਉੱਥੇ ਬਿਠਾ ਦਿੱਤਾ, ਆਪ ਮੈਂ ਚਲੀ ਗਈ, ਮੈਂ ਨੱਸ ਕੇ ਇੱਥੇ ਆ ਗਈ। ਕਿਵੇਂ ਨੱਸ ਕੇ ਆਏ? ਮੈਂ ਗਈ ਸੀ, ਮੈਂ ਉਹਨੂੰ ਆਖਿਆ ਮੈਂ ਵਾਸ਼ਰੂਮ ਚੋਂ, ਕਹਿੰਦੀ ਪਈ ਵਾਸ਼ਰੂਮ ਦੇ ਇਧਰਲੇ ਪਾਸੇ ਦਰਵਾਜ਼ਾ ਸੀ, ਮੈਂ ਉਧਰੋਂ ਨੱਸ ਕੇ ਆ ਗਈ ਸੀ। ਮੈਂ ਇੱਥੇ ਆਈ ਤੇ ਇੱਥੇ ਇਹਨਾਂ ਮੈਨੂੰ ਮਾਰਿਆ ਕੁੱਟਿਆ ਇਹਨਾਂ ਨੇ, ਮੇਰਾ ਬੱਚਾ। ਜਠਾਣੀ ਨੇ? ਹਾਂਜੀ, ਆਸਫ ਨੇ ਤੇ ਨਸੀਮ ਨੇ। ਤੇ ਤੁਹਾਡੇ ਹਸਬੰਡ ਕਿੱਥੇ ਸੀ? ਉਹਨਾਂ ਨੇ ਨਹੀਂ ਪੁੱਛਿਆ? ਸੌਦਾ ਲੈਣ ਗਿਆ ਸਾਂ, ਇਹਨਾਂ ਨੇ ਸੀ ਪਤਾ ਨਹੀਂ, ਤੁਸੀਂ ਮਹੀਨਾ ਘਰੋਂ ਗਾਇਬ ਰਹੀ ਹੋ ਤੇ ਤੁਹਾਡੇ ਘਰ ਵਾਲਿਆਂ ਨੇ ਤਲਾਸ਼ ਨਹੀਂ ਕੀਤਾ? ਮੇਰੇ ਨਿੱਕੇ ਦੇਵਰ ਨੇ ਮੈਨੂੰ ਮਾਰਿਆ ਸੀ ਤੇ ਉਹਨਾਂ ਨੇ ਇਹ ਆਖਿਆ ਕਿ ਤੇਰੇ ਭਰਾ ਨੇ ਮਾਰਿਆ, ਤਾਂ ਨੱਸ ਕੇ ਚਲੀ ਗਈ ਆਦੇ ਪੇਕਿਆਂ ਤੇ ਬੱਚੇ ਛੱਡ ਕੇ। ਤੇ ਫਿਰ ਤੁਹਾਡਾ ਜਿਹੜਾ ਮੀਆਂ ਹੈ, ਹਸਬੰਡ ਹੈ ਤੁਹਾਡਾ, ਉਹ ਗਿਆ ਨਹੀਂ ਪੇਕੇ? ਗਿਆ ਸੀ ਉੱਤੇ ਪੇਕਿਆਂ ਕੋਲ ਵੀ ਮੈਂ ਨਹੀਂ ਸੀ, ਮੈਨੂੰ ਇਹਨਾਂ ਬੜਾ ਲੱਭਿਆ ਪਰ ਨਹੀਂ ਲੱਭੀ, ਮੈਂ ਫਿਰ ਆਪੇ ਹੀ ਵਾਪਸ ਆਈ। ਫਿਰ ਤੁਹਾਡੇ ਘਰ ਵਾਲੇ ਵੀ ਲੱਭਦੇ ਰਹੇ ਨੇ, ਇਹ ਵੀ ਲੱਭਦੇ ਰਹੇ ਨੇ, ਸਸੁਰਾਲ ਵਾਲੇ ਵੀ? ਹਾਂਜੀ। ਹੋਰ ਵੀ ਕੁੜੀਆਂ ਉੱਥੇ ਸੀ ਮਜਬੂਰ ਜਿਨ੍ਹਾਂ ਨੂੰ ਵੇਚ ਕੇ ਗਏ ਨੇ? ਹਾਂਜੀ। ਤੇ ਉਹ ਉੱਥੇ ਫਸੀਆਂ ਨੇ ਵਿਚਾਰੀਆਂ? ਹਾਂਜੀ, ਸ਼ਾਇਦ ਨਿਕਲ ਗਈਆਂ ਹੁਣ, ਪਰ ਮੈਨੂੰ ਨਹੀਂ ਪਤਾ। ਮੈਨੂੰ ਕਿੰਨੀ ਕੁੜੀਆਂ ਨੇ ਉਹ? 2-3 ਨੇ। 2-3 ਕੁੜੀਆਂ ਨੇ? ਕਿੰਨੀ ਉਮਰਾਂ ਨੇ ਉਹਨਾਂ ਦੀ? ਇੱਕ ਦੀ 25 ਸਾਲ ਉਮਰ ਸੀ, ਇੱਕ ਦੀ 20 ਸਾਲ ਤੇ ਇੱਕ ਦਾ ਨਹੀਂ ਮੈਨੂੰ ਪਤਾ। ਅੱਛਾ, ਇੱਕ 25 ਸਾਲ ਦੀ ਸੀ, ਇੱਕ 20 ਸਾਲ ਦੀ? ਹਾਂਜੀ। ਤੇ ਕੋਈ ਰੋਟੀ ਛੋਟੀ ਖਾਣ ਨੂੰ ਦਿੰਦੇ ਸੀ? ਹਾਂਜੀ, ਦਿੰਦੇ ਸਨ। ਤੁਸੀਂ ਉਹਨਾਂ ਨੂੰ ਕਿ ਉੱਥੋਂ ਜਦੋਂ ਉਹਨਾਂ ਨੂੰ ਕਿਹਾ ਨਹੀਂ ਕਿ ਮੈਨੂੰ ਘਰ ਭੇਜ ਦਿਓ, ਮਾਫ ਕਰ ਦਿਓ? ਜਦੋਂ ਪੈਸੇ ਲੱਥਣ, ਜਦੋਂ ਆਂਦੀ ਸੀ ਉਦੋਂ ਦਬਕੇ ਮਾਰਦੇ ਸੀ, ਆਂਦੇ ਜਦੋਂ ਪੈਸੇ ਲੱਥਣ ਦੇ ਉਦੋਂ ਜਾਂਦੀ, ਨਹੀਂ ਤਾਂ ਨਹੀਂ ਜਾਣਾ। ਕਿੰਨੀ ਵਾਰ ਜ਼ਿਆਦਤੀ ਹੋਈ ਉੱਥੇ ਤੁਹਾਡੇ ਨਾਲ? ਮੇਰੇ ਨਾਲ ਬੜੀ ਵਾਰੀ ਜ਼ਿਆਦਤੀ ਹੋਈ, 10-15 ਵਾਰੀ ਜ਼ਿਆਦਤੀ ਹੋਈ। 10-15 ਅਲੱਗ-ਅਲੱਗ ਬੰਦੇ ਸੀ? ਹਾਂਜੀ। ਤੁਸੀਂ ਕਿਸੇ ਨੂੰ ਵੀ ਨਹੀਂ ਮਦਦ ਦਾ ਕਿਹਾ ਜਿਹੜੇ ਆਂਦੇ ਸੀ ਉੱਥੇ? ਨਹੀਂ, ਆਂਦੇ ਨੇ ਅਸੀਂ ਕੀ ਕਰੀਏ, ਅਸੀਂ ਪੈਸੇ ਦਿੱਤੇ ਨੇ। ਤੁਹਾਡੇ ਕਿੰਨੇ ਬੱਚੇ ਨੇ? ਮੇਰੇ 2 ਬੱਚੇ। ਕਿੰਨੇ ਸਾਲ ਦੇ? ਮੁੰਡਾ 4 ਸਾਲਾਂ ਦਾ ਤੇ ਕੁੜੀ ਹੈ 1.5 ਸਾਲ ਦੀ। 1.5 ਸਾਲ ਦੀ ਕੁੜੀ ਹੈ, 4 ਸਾਲ ਦਾ ਮੁੰਡਾ? ਹਾਂਜੀ। ਤੇ ਵਿਆਹ ਤੁਹਾਡਾ 4 ਸਾਲ ਪਹਿਲੇ ਹੋਇਆ? ਹਾਂਜੀ। 5 ਸਾਲ ਪਹਿਲੇ ਹੋਇਆ? ਹਾਂਜੀ। ਤੁਹਾਡੇ ਜਦੋਂ ਜੇਠ ਤੇ ਜਠਾਣੀ ਨੇ ਘਟੀਆ ਹਰਕਤ ਕੀਤੀ, ਹਾਂਜੀ। ਤੁਸੀਂ ਪ੍ਰੈਗਨੈਂਟ ਸੀ? ਹਾਂਜੀ। ਨਾਰਮਲ ਹੈ ਹੁਣ ਕੀ ਹੋਇਆ? ਉਹ ਜ਼ਾਇਆ ਹੋ ਗਿਆ। ਜ਼ਾਇਆ ਹੋ ਮੇਰੇ ਗਿਆ? ਪੇਟ 'ਚ ਲੱਤਾਂ ਮਾਰੀਆਂ ਸਨ। ਕਿੰਨੇ ਮਾਰੀਆਂ? ਮਾਰੀਆਂ ਆਸਫ ਨੇ ਤੇ ਨਸੀਮ ਨੇ। ਉਹੀ ਤੁਹਾਡੇ ਜੇਠ ਤੇ ਜਠਾਣੀ ਨੇ? ਹਾਂਜੀ। ਅੱਛਾ, ਇੱਕ ਤੇ ਤੁਹਾਨੂੰ ਵੇਚ ਆਏ, ਜ਼ਿਆਦਤੀ ਹੋਈ ਉੱਥੇ, ਜੋ ਵੀ ਮਾਮਲਾ ਤੋਂ ਹਾਂਜੀ। ਤੁਸੀਂ 5 ਮਾਹ ਦੀ ਪ੍ਰੈਗਨੈਂਟ ਸੀ, ਹਾਂਜੀ। ਇਹਨਾਂ ਨੇ ਟੰਗਾ ਮਾਰ ਕੇ ਉਹ ਵੀ ਜ਼ਾਇਆ ਕਰਾਇਆ। ਹਾਂਜੀ। ਤੁਸੀਂ ਮਾਫ ਕਰ ਸਕਦੇ ਹੋ ਕਦੀ ਵੀ? ਨਹੀਂ। ਜ਼ਿੰਦਗੀ ਭਰ ਨਹੀਂ ਕਰ ਸਕਦੇ ਜਿੰਨਾ ਉਹਨਾਂ ਨੇ ਜ਼ੁਲਮ ਕਰਤਾ? ਤੇ ਫਿਰ ਸੁਲ੍ਹਾ ਕਿਵੇਂ ਹੋ ਗਈ ਅਗਰ ਤੁਸੀਂ ਮਾਫ ਕਰ? ਉੱਥੇ ਪਿੰਡ ਦਾ ਜ਼ਿਮੀਂਦਾਰ ਆਇਆ ਸੀ, ਉਹਨਾਂ ਮਿੰਨਤਾਂ ਤਰਲੇ ਕੀਤੇ ਸੀ, ਤਾਜ ਕਰਕੇ ਸੁਲ੍ਹਾ ਕੀਤੀ। ਪਿੰਡ ਦੇ ਜ਼ਿਮੀਂਦਾਰ ਦੀ ਆਪਣੀ ਕੋਈ ਬੇਟੀ ਨਹੀਂ, ਉਹਨੂੰ ਸ਼ਰਮ ਨਹੀਂ ਆਈ ਇਹ ਗੱਲ ਕਰਦੇ? ਤੁਹਾਡੇ ਘਰ ਵਾਲਿਆਂ ਨੇ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ? ਨਹੀਂ, ਇਹ ਮੇਰਾ ਜੇਠ ਇੱਕ ਹੋਰ ਸੀ, ਉਹ ਭਤੀਜਾ ਹੋਇਆ ਸੀ, ਉਹ ਛੁੱਟ ਗਿਆ, ਉਹਨਾਂ ਨੂੰ ਅਸੀਂ ਛਡਾ ਦਿੱਤਾ। ਆਸਫ ਤੇ ਨਸੀਮ ਨੇ ਆਪਣੀਆਂ ਜ਼ਮਾਨਤਾਂ ਕਰਵਾ ਲਈਆਂ, ਜ਼ਮਾਨਤਾਂ ਤੇ ਬਾਹਰ ਫਿਰਦੇ ਪਏ ਨੇ, ਉਹਨੇ ਕਾਨੂੰਨ ਉਹਨਾਂ ਨੂੰ ਕਾਬੂ ਨਹੀਂ ਕਰ ਸਕਿਆ? ਨਹੀਂ। ਤੁਹਾਡੇ ਬੰਦੇ ਨੇ ਆਪਣੇ ਭਰਾਵਾਂ ਨੂੰ ਕੁਝ ਨਹੀਂ ਕਿਹਾ ਜਿਨ੍ਹਾਂ ਨੇ ਹਰਕਤ ਕੀਤੀ? ਭਰਾ ਭਰਜਾਈ ਉਹਨਾਂ ਨੂੰ ਮਾਰਿਆ, ਦਬਕੇ ਮਾਰੇ ਸੀ, ਮਾਰਿਆ ਵੀ ਸੀ। ਉਹਨੇ ਆਖਿਆ ਤੁਸੀਂ ਮੇਰੀ ਬੁੱਢੀ ਨਾਲ ਇੰਜ ਕਿਉਂ? ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ? ਮਰੀਮ ਨਵਾਜ਼ ਸਾਹਿਬਾ ਤੁਹਾਨੂੰ ਵੇਖ ਰਹੇ ਨੇ, ਪੰਜਾਬ ਦੀ ਵਜ਼ੀਰ ਆਲਾ, ਕੀ ਕਹੋਗੇ ਉਹਨੂੰ ਇਨਸਾਫ ਵਾਸਤੇ? ਉਹਨਾਂ ਨੂੰ ਮੈਂ ਇਹ ਕਹਾਂਗੀ ਕਿ ਮੈਨੂੰ इंसाफ चाहिए। इंसाफ चाहिए? ज़्यादती है? हाँ जी। जैसा कि आप देख सकते हैं, एक बच्ची 20 साल सिद्रा जो 5 माह प्रेग्नेंट थी और उसके जेठ और जेठानी उसे शादी के बहाने लेके जाते हैं और उसे 50,000 के एवज बेच आते हैं और 15 से 30 दिन तक वो बच्ची वहाँ फंसी रहती है। उसके साथ 15 से 20 बार ज़्यादती की जाती है और वो बच्ची जब घर पहुँचती है तो इस इलाके के जो बड़े हैं, चौधरी साहब हैं, चौधरी साहब सुलह करवा देते हैं। मरीम नवाज़ साहिबा ये हमारे पंजाब की बेटी, ये हमारी बेटी, ये हमारी बहन और ये बच्चों की माँ, 2 बच्चों की माँ
कितनी बड़ी ज्यादती। ਤੁਹਾਡੀ ਬੀਵੀ ਜਿਹੜੀ ਸੀ 5 ਮਾਹ ਹਾਮਲਾ ਸੀ, हाँ जी ਭਰਾ ਤੇ ਭਰਜਾਈ ਨੇ ਜਾ ਕੇ ਵੇਚਤੀ, जी ਫਿਰ ਉੱਥੇ ਜ਼ਿਆਦਤੀ ਹੋਈ, जी ਫਿਰ ਵੀ ਤੁਸੀਂ ਉਹਨੂੰ ਮਾਫ ਕਰਤਾ ਆਪਣੇ ਭਰਾ ਨੂੰ। बस की करिए फिर मजबूरियां कुछ मार जाती ने। ਸਰ ਕੀ ਨਾਂ ਹੈ ਤੁਹਾਡਾ? मोहम्मद इकराम। ਸਰ ਕਿੰਨੀ ਉਮਰ ਹੈ? मेरी 24 साल। ਸਿਤਰਾ ਦੇ ਹਾਵੰਦ ਹੋ, जी ਕਿੰਨੇ ਸਾਲ ਹੋ ਗਏ ਸ਼ਾਦੀ ਨੂੰ? शादी ਨੂੰ साढ़े 9 चले ने 6-7 साल हो चले। ਕਿੰਨੇ ਬੱਚੇ ਨੇ? 2 ਬੱਚੇ। ਭਰਾ ਨਾਲ ਮਸਲਾ ਚੱਲ ਰਿਹਾ? नहीं जी ਕੀ ਮਸਲਾ ਸੀ? ਕੋਈ ਮਸਲਾ ਨਹੀਂ ਸੀ, ਬਸ ਬੋਲਦੇ ਚੱਲਦੇ ਸੀਗੇ ਤੇ ਉੱਥੇ ਘਰ ਆਉਂਦੇ ਜਾਂਦੇ ਸੀਗੇ, ਐਵੇਂ ਕਰਦੇ ਕਰਾਂਦੇ ਹੋ ਬੇਗਮ ਸਕਾ ਭਰਾ ਹੈ? ਮੇਰੀ। ਹਾਂਜੀ ਭਾਬੀ? ਭਾਬੀ ਵੀ ਸਕੀ ਹੈ, ਤੇ ਭਰਾ ਸਕਾ ਤੇ ਭਾਬੀ ਵੀ ਸਕੀ ਨਹੀਂ, ਹੋਣੀ। ਭਾਬੀ ਕੋਈ ਮਸਲਾ ਚੱਲ ਰਿਹਾ ਸੀ? ਨਹੀਂ ਜੀ, ਫਿਰ ਕੀ ਹਰਕਤ ਕੀਤੀ ਉਹਨਾਂ ਨੇ? ਜਦੋਂ ਇਨਸਾਨ ਦਾ ਜ਼ਿਹਨ ਬਦਲਣ ਲੱਗਾ ਹੋਵੇ ਪਤਾ ਨਹੀਂ ਲੱਗਦਾ। ਤੁਸੀਂ ਮਾਫ ਕਰਤਾ ਉਹਨਾਂ ਨੂੰ? ਅਸੀਂ ਮਾਫ ਕਰ ਦਿੱਤਾ ਜੀ। ਪਿੰਡ ਦੇ ਜ਼ਿਮੀਂਦਾਰਾਂ ਪੈ ਪੂ ਕੇ ਤੇ ਅੱਬੂ ਹੋਰਾਂ ਨੇ ਕਹਿ ਕਰਾ ਕੇ ਨਾ ਤੇ ਉਹਨਾਂ ਨੇ ਕਿਹਾ ਵੀ ਛੋੜ ਦਿਓ, ਕੁਝ ਨਹੀਂ ਹੁੰਦਾ। ਜ਼ਿਮੀਂਦਾਰਾਂ ਨੇ ਬੋਲਿਆ ਵੀ ਕੱਲ ਨੂੰ ਵੀ ਸੁਲ੍ਹਾ ਕਰਨੀ ਤੁਸੀਂ। ਤੁਹਾਡੀ ਬੀਵੀ ਜਿਹੜੀ ਸੀ 5 ਮਾਹ ਹਾਮਲਾ ਸੀ, ਹਾਂਜੀ ਤੁਹਾਡੇ ਭਰਾ ਤੇ ਭਰਜਾਈ ਨੇ ਜਾ ਕੇ ਵੇਚਤੀ, ਜੀ ਫਿਰ ਉੱਥੇ ਜ਼ਿਆਦਤੀ ਹੋਈ, ਜੀ ਫਿਰ ਵੀ ਤੁਸੀਂ ਉਹਨੂੰ ਮਾਫ ਕਰਤਾ ਆਪਣੇ ਭਰਾ ਨੂੰ। ਬਸ ਕੀ ਕਰੀਏ, ਫਿਰ ਮਜਬੂਰੀਆਂ ਕੁਝ ਮਾਰ ਜਾਂਦੀਆਂ ਨੇ ਇਨਸਾਨ। ਕਿਹੜੀ ਮਜਬੂਰੀ ਹੈ ਤੁਹਾਨੂੰ? ਮਜਬੂਰੀਆਂ ਇਹ ਵੀ ਪਿੰਡ ਵਾਲੇ ਸਾਰੇ ਰਿਸ਼ਤੇਦਾਰ ਸਾਰੇ ਉਹ ਪ੍ਰੈਸ਼ਰ ਪਾ ਰਹੇ ਨੇ? ਪ੍ਰੈਸ਼ਰ ਨਹੀਂ ਪਾ ਰਹੇ ਸਾਡੇ ਤੇ, ਨਹੀਂ। ਉਹਨਾਂ ਨੇ ਕਿਹਾ ਵੀ ਜੇ ਫਿਰ ਵੀ ਇਨਸਾਨ ਉਹ ਬੰਦਾ ਹੀ ਆ ਕੇ ਆਪਣੇ ਇੱਥੇ ਪੈਰਾਂ 'ਚ ਡਿੱਗ ਪਿਆ, ਕਹਿੰਦਾ ਮਾਫ ਕਰ ਦਿਓ, ਸਿਰਫ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਮਾਫ ਕਰ ਦਿਓ। ਫਿਰ ਜ਼ਾਰੀ ਬਾਤ ਹੈ, ਵੱਡਾ ਭਰਾ ਪਿਓ ਹੁੰਦਾ ਹੈ। ਤੁਹਾਡੀ ਬੁੱਢੀ ਕਹਿ ਰਹੀ ਹੋ ਤੁਹਾਨੂੰ ਉਹਨੂੰ ਮਾਫ ਕਦੀ ਨਹੀਂ ਕਰੇਗੀ, ਤੁਸੀਂ ਕਰਤਾ ਹੈ। ਬਸ ਉਤੋਂ ਤੇ ਮਾਫ ਨਹੀਂ ਕਰਨਾ, ਫਿਰ ਜ਼ਿੰਦਗੀ ਦੇ ਜੇ ਬੋਲਣਾ ਚੱਲਣਾ ਤੇ ਖਤਮ ਹੋ ਗਿਆ। ਫਿਰ ਉਵੇਂ ਤਾਂ ਉਹਨੂੰ ਥਾਣੇ ਤੋਂ ਉਹਨੂੰ ਮਾਫ ਕਰਾ ਦਿੱਤਾ ਨਾ ਸੀ। ਤੁਹਾਨੂੰ ਕੀ ਪਿੰਡ ਵਾਲਿਆਂ ਨੇ ਪ੍ਰੈਸ਼ਰ ਪਾਇਆ? ਨਹੀਂ, ਸਾਡੇ ਤੇ ਪ੍ਰੈਸ਼ਰ ਕਿਸੇ ਵੀ ਨਹੀਂ ਪਾਇਆ, ਅਸੀਂ ਆਪਣੇ ਦਿਲ ਨਾਲ ਮਾਫ ਕਰ ਦਿੱਤਾ ਉਹਨੂੰ ਜਿਹੜੇ ਵੀ। ਤੁਸੀਂ ਕਹਿ ਰਹੇ ਹੋ ਚੌਧਰੀ ਸਾਹਿਬ ਆਏ ਨੇ, ਕੌਣ ਨੇ ਚੌਧਰੀ ਸਾਹਿਬ? ਉਹ ਜ਼ਿਮੀਂਦਾਰ ਹੈਗਾ ਸੀਗਾ, ਚਾਚੇ ਨੇ ਕੀ ਨਾਂ ਹੈ ਸਾਡੇ ਜ਼ਿਮੀਂਦਾਰ ਦਾ? ਰਿਸ਼ਤੇਦਾਰ, ਉਹਦਾ ਨਾਮ ਆਵੇ ਕਰਕੇ ਯਾਰ ਮੇਰੇ ਤੁਹਾਨੂੰ ਨਾ ਨਹੀਂ ਆਉਂਦਾ ਤੇ ਉਹਦੇ ਮੇਰੇ ਕਹਿੰਦੇ ਵਾਲਿਦ ਤੁਸੀਂ ਸਾਹਿਬ ਜ਼ਿਆਦਤੀ ਨੂੰ ਮਾਫ ਪਤਾ। ਕਰਤੀ ਹੈ। ਅਸੀਂ ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਹੋ ਜਾਂਦੇ ਇਨਸਾਨ ਤੋਂ ਵਾਧੇ ਘਾਟੇ, ਫਿਰ ਜ਼ਿੰਦਗੀ 'ਚ ਕੋਈ ਗੱਲ ਨਹੀਂ, ਅਸੀਂ ਮਾਫ ਕਰ ਦਿੱਤਾ। ਇੱਕ 5 ਮਾਹ ਦੀ ਹਾਮਲਾ ਔਰਤ ਦੇ ਨਾਲ ਬਿਲਕੁਲ ਦੁੱਖ ਸਾਨੂੰ ਜ਼ਿਆਦਤੀ ਹੋਈ ਹੈ, ਉਹਨੂੰ ਸਾਡਾ ਵੇਚਿਆ, ਬੱਚਾ ਸੀ। ਉਹ ਇੱਕ ਵਾਰ ਭੱਜ ਕੇ ਉੱਥੋਂ ਆਪਣੀ ਜਾਨ ਬਚਾ ਕੇ ਨਿਕਲੀ, ਉਹਨੂੰ ਦੁਬਾਰਾ ਜਾ ਕੇ ਉੱਥੇ ਛੱਡ ਕੇ ਆਏ ਨੇ। ਬਿਲਕੁਲ ਇਸ ਤੋਂ ਉਹ ਵੱਡੀ ਫੜੀ ਕੋਈ ਗਈ ਸੀ ਜ਼ਿਆਦਤੀ ਹੋ ਉੱਥੋਂ, ਸਕਦੀ ਹੈ? ਫਿਰ ਦੁਬਾਰਾ ਫੜੀ ਗਈ ਉੱਥੇ, ਤੇ ਉੱਥੋਂ ਫਿਰ ਦੂਸਰੀ ਵਾਰੀ ਜਦੋਂ ਨਸੀ ਉਦੋਂ ਕਾਮਯਾਬ ਹੋ ਗਈ। ਨਹੀਂ, ਇਸ ਤੋਂ ਵੱਡੀ ਕੋਈ ਜ਼ਿਆਦਤੀ ਹੋ ਸਕਦੀ ਹੈ? ਨਹੀਂ ਜੀ, ਬਸ ਇਨਸਾਨ ਨੂੰ ਕੋਈ ਮਜਬੂਰੀਆਂ ਐਸੀਆਂ ਵੀ ਹੁੰਦੀਆਂ ਨੇ ਕਿ ਆਪਣੇ ਘਰ ਦੀਆਂ, ਰਿਸ਼ਤੇਦਾਰਾਂ ਦੀਆਂ। ਨਹੀਂ, ਕਿ ਗਲਤ ਜਿਹੜਾ ਕੌਣ ਹੈ? ਇਨਸਾਨ- ਤੁਸੀਂ ਗਲਤ ਹੋ ਕਿ ਉਹ ਗਲਤ? ਉਹ ਗਲਤ ਨੇ, ਉਹ ਗਲਤ ਨੇ? ਗਲਤ ਸੀ। ਤੇ ਤੁਸੀਂ ਉਹਨਾਂ ਨੂੰ ਮਾਫ ਕਰਤਾ ਬਸ ਕਰਨਾ ਪਿਆ ਨਾ ਮਾਫ, ਵੱਡਿਆਂ ਦੇ ਕਹਿਣ ਤੇ? ਵੱਡਿਆਂ ਦੇ ਕਹਿਣ। ਵੱਡੇ ਕਿਹੜੇ ਸੀ? ਵੱਡੇ ਸਾਡੇ ਆਪਣੇ ਹੀ ਨੇ, ਚਾਚਿਆਂ ਤਾਇਆਂ ਦੇ, ਆਪਣੇ ਰਿਸ਼ਤੇਦਾਰ, ਅੱਛਾ, ਮਾਂ ਪਿਓ। ਤੁਹਾਨੂੰ ਲੱਗਦਾ ਹੈ ਗਲਤੀ ਮਾਫ ਕਰਨ ਵਾਲੀ ਹੈ? ਮਾਫ ਕਰਨ ਵਾਲੀ ਨਹੀਂ ਗਈ, ਹਾਂ, ਪਰ ਵੱਡਿਆਂ ਨੇ ਕਿਹਾ ਵੀ ਇੱਕ ਵਾਰੀ ਸਾਡੇ ਕਹਿਣ ਮੂੰਹ ਨੂੰ ਸਾਫ਼ ਮਾਫ ਕਰੋ। ਤੁਹਾਡਾ ਜਿਹੜਾ 5 ਮਾਹ ਦਾ ਬੱਚਾ ਜਿਹੜਾ ਜ਼ਾਇਆ ਹੋਇਆ, ਵੱਡੇ ਉਹ ਵਾਪਸ ਕਰ ਸਕਦੇ ਨੇ? ਨਹੀਂ, ਜਿਹੜੀ ਜ਼ਿਆਦਤੀ ਹੋਈ ਉਹ ਵਾਪਸ ਕਰ ਸਕਦੇ ਨਹੀਂ ਨੇ? ਹੋ ਸਕਦੀ, ਤੇ ਫਿਰ ਕਦੀ ਤੁਸੀਂ ਨਹੀਂ ਉਹਨਾਂ ਦੇ ਕਹਿਣ ਤੇ ਮਾਫ ਕਰ ਸਕਦੇ ਹੋ? ਬਸ ਕਰਨਾ ਪੈ ਜਾਂਦਾ ਨਾ। ਤੁਹਾਨੂੰ ਦੱਸਿਆ ਕਿ ਬੜੀਆਂ ਮਜਬੂਰੀਆਂ ਇਨਸਾਨ ਨੂੰ ਹੁੰਦੀਆਂ ਨੇ ਕੀ ਕਿ ਮਜਬੂਰ ਜਿਹੜੀਆਂ ਕੀਤਾ ਗਿਆ ਥੋੜਾ ਯਾਰ ਮਜਬੂਰੀਆਂ ਇਹ ਵੀ ਆਪਣੇ ਰਿਸ਼ਤੇਦਾਰ, ਆਪਣੇ ਘਰ-ਬਾਰ, ਆਪਣੇ ਮਾਪਿਓ, ਆਪਣਾ ਭੈਣਾ ਭਰਾ, ਠੀਕ ਹੈ ਨਾ। ਫਿਰ ਇਨਸਾਨ ਨੂੰ ਉਹ ਇੱਕ ਤੁਹਾਡੇ ਆਪਣੇ ਹੈਗੇ ਨੇ? ਅਸੀਂ ਨਾ ਵੀ ਲੱਗਦਾ ਮਾਫ ਕਿ ਉਹ ਤੁਹਾਡੇ ਕਰਦੇ, ਆਪਣੇ ਨੇ ਜਿਨ੍ਹਾਂ ਨੇ ਹਰਕਤ ਕੀਤੀ ਹੈ? ਉਹ ਤੇ ਬਸ ਸਾਡੇ ਤੋਂ ਮੂੰਹ ਤੋਂ ਗਏ ਨਾ ਹੁਣ, ਨਾ ਜ਼ਿੰਦਗੀ ਦੇ ਵਿੱਚ ਨਾ ਉਹ ਟਕਰਨਗੇ ਸਾਨੂੰ ਤੇ ਨਾ ਅਸੀਂ ਉਹਨਾਂ ਨੂੰ ਟਕਰਾਂਗੇ। ਤੁਸੀਂ ਕੁਝ ਨਹੀਂ ਕਿਹਾ ਭਰਾ ਨੂੰ? ਅਸੀਂ ਤਾਂ ਫਿਰ ਜਿਹੜਾ ਕੁਝ ਕਹਿਣਾ ਸੀਗਾ ਉਹ ਕਰਾਇਆ, ਅਸੀਂ ਲਿਆ ਕੇ ਥਾਣੇ ਫਿਰ ਛਡਾ ਵੀ ਦਿੱਤਾ। ਅੱਛਾ, ਉਹਨੂੰ ਪਹਿਲੇ ਫੜਾਇਆ ਫਿਰ ਹੁਣ ਛੁਡਾਤਾ? ਛੁਡਾ ਦਿੱਤਾ ਉਹਨੂੰ। ਉਹਦੇ ਵੀ ਛੋਟੇ ਛੋਟੇ ਬੱਚੇ ਸੀਗੇ। ਨਹੀਂ ਯਾਰ, ਇਨਸਾਨ ਮੇਰੇ ਮੇਰੀ ਕੋਈ ਮੁਤਾਬਿਕ ਬੇਟੀ ਤੇ ਸੀਗੀ। ਤੁਹਾਡੀ ਜਿਹੜੀ ਬੀਵੀ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਤੇ ਫਿਰ ਜ਼ਾਰੀ ਬਾਤ, ਉਹਨੇ ਕਿਹਾ ਵੀ ਮਾਫ ਕਰਨਾ ਹੈ, ਮਾਫ ਕਰ ਦਿੱਤਾ ਸੀ। ਉਹਨੇ ਕਹਿਣ ਤੇ ਮਾਫ ਕੀਤਾ ਸੀ। ਸਾਨੂੰ ਤੇ ਉਹ ਕਹਿ ਰਹੀ ਮੈਂ ਨਹੀਂ ਕਰ ਸਕਦੀ ਮਾਫ ਕਦੀ ਵੀ। ਉਹਨੇ ਕਿਹਾ ਸੀ ਤੁਸੀਂ ਮਾਫ pressure ਕੀਤਾ, ਪਾਇਆ ਤੇ ਹੋਣਾ। ਨਹੀਂ ਅਸਾਂ ਪ੍ਰੈਸ਼ਰ ਕੋਈ ਨਹੀਂ ਪਾਣਾ, ਅਸਾਂ ਪ੍ਰੈਸ਼ਰ ਕਿਹੜਾ ਪਾਣਾ ਹੈ? ਅੱਛਾ, ਨਹੀਂ, ਅਸਾਂ ਪ੍ਰੈਸ਼ਰ ਨਹੀਂ ਪਾ ਸਕਦੇ, ਨਾ ਪ੍ਰੈਸ਼ਰ, ਉਹਦੀ ਮਰਜ਼ੀ ਤੋਂ ਬਿਨਾ ਕੋਈ। ਅਗਰ ਉਹ ਕਹੇ ਕਿ ਮੈਂ ਇਨਸਾਫ ਚਾਹਨੀ ਹਾਂ ਤੇ ਤੁਸੀਂ ਉਹਦੇ ਨਾਲ ਖੜੇ ਹੋਵੋਗੇ? ਖੜੇ ਹੋਵਾਂਗੇ ਇਨਸ਼ਾਅੱਲਾ। ਕੋਈ ਕਾਰਵਾਈ ਨਹੀਂ ਕਰਾਓਗੇ ਆਪਣੇ ਬੇਟੇ ਦੇ ਖਿਲਾਫ? ਕਾਰਵਾਈ ਖਤਮ ਕਰਾਤੀ ਹੈ। ਉਹਨੂੰ ਕੋਈ ਸਜ਼ਾ ਨਹੀਂ ਹੋਈ? ਨਹੀਂ, ਉਹਨੇ ਜ਼ੁਲਮ ਕੀਤਾ? ਜ਼ੁਲਮ ਤਾਂ ਹੁਣ ਫਿਰ ਹੁੰਦੇ ਦਿਨ ਨੇ ਦੁਨੀਆ ਦੇ ਵਿੱਚ। ਹੋਇਆ ਜ਼ੁਲਮ? ਹਾਂਜੀ। ਜ਼ਿਆਦਤੀ ਹੋਈ ਹੈ, ਜ਼ਿਆਦਤੀ ਗਲਤ ਹੋਇਆ, ਹਾਂਜੀ। ਲੇਕਿਨ ਉਹਨੂੰ ਸਜ਼ਾ ਨਹੀਂ ਮਿਲੀ। ਨਹੀਂ, ਇਹ ਵੱਡੀ ਨੂੰਹ ਹੈ ਤੁਹਾਡੀ, ਉਹਨੇ ਜ਼ੁਲਮ ਕੀਤਾ ਹੈ। ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਜ਼ੁਲਮ ਕੀਤਾ ਇਸ ਤੁਹਾਡੀ ਜਿਹੜੀ ਨੂੰਹ ਹੈ ਸਿਦਰਾ, ਹਾਂਜੀ, ਇਹਦੇ ਮਾਪਿਓ ਨੇ ਕੁਝ ਨਹੀਂ ਕੀਤਾ ਤੁਹਾਨੂੰ? ਉਹਨਾਂ ਦੇ ਤਾਂ ਗੱਲ ਹੀ ਨਹੀਂ ਪਹੁੰਚੀ, ਅਸੀਂ ਐਵੇਂ ਝੂਠ ਮਾਰੀ, ਉਹਨਾਂ ਕੋਲ ਪਤਾ ਹੀ ਨਹੀਂ ਹੈਗਾ। ਕੋਈ ਕਾਰਵਾਈ ਨਹੀਂ ਕਰਾਓਗੇ ਆਪਣੇ ਬੇਟੇ ਦੇ ਖਿਲਾਫ? ਕਾਰਵਾਈ ਖਤਮ ਕਰਾਤੀ ਹੈ। ਉਹਨੂੰ ਕੋਈ ਸਜ਼ਾ ਨਹੀਂ ਹੋਈ? ਨਹੀਂ, ਉਹਨੇ ਜ਼ੁਲਮ ਕੀਤਾ? ਜ਼ੁਲਮ ਤਾਂ ਹੁਣ ਫਿਰ ਹੁੰਦੇ ਦਿਨ ਨੇ ਦੁਨੀਆ ਦੇ ਵਿੱਚ। ਹੋਇਆ ਜ਼ੁਲਮ? ਹਾਂਜੀ। ਜ਼ਿਆਦਤੀ ਹੋਈ ਹੈ, ਜ਼ਿਆਦਤੀ। ਗਲਤ ਹੋਇਆ, ਹਾਂਜੀ। ਲੇਕਿਨ ਉਹਨੂੰ ਸਜ਼ਾ ਨਹੀਂ ਮਿਲੀ। ਨਹੀਂ। अस्सलाम वालेकुम जी। वालेकुम सलाम जी। की ना है चाचू अपना? मोहम्मद असलम। असलम साहब किन्ने बच्चे ने ਤੁਹਾਡੇ? मेरे माशाल्लाह 6 बेटे ने। 6 बेटे ने? 5 बेटियां ने। 5 बेटियां? 3 मेरी शादियां ने। 3 शादियां ने ਤੁਹਾਡੀ? जी सर।
ਇਹ ਜਿਹੜੇ ਬੇਟੇ ਨੇ ਹਰਕਤ ਕੀਤੀ ਹੈ ਕਿਹੜਾ ਕਿੰਨੇ ਨੰਬਰ ਤੇ ਸੀ? ਇਹ ਜਨਾਬ ਵੱਡੇ ਤੋਂ ਛੋਟਾ ਹੈ। ਦੂਸਰੇ ਨੰਬਰ ਵਾਲਾ ਸੀ। ਹਾਂਜੀ, ਤੇ ਜਿਹਦੇ ਨਾਲ ਇਹ ਹੋਈ ਹਰਕਤ ਉਹ ਕਿੰਨੇ ਨੰਬਰ ਵਾਲਾ ਸੀ? ਇਹ ਤੀਸਰੇ ਨੰਬਰ ਤੇ। ਤੁਸੀਂ ਮਾਫ ਕਰਤਾ ਉਹਨੂੰ, ਆਪਣੇ ਵੱਡੇ ਬੇਟੇ ਨੂੰ? ਇਨਸਾਨ ਸਾਰਾ ਕੁਝ ਹੀ ਕਰਦਾ ਹੈ, ਗੁੱਸੇ ਨਾਲ ਹੀ ਕਰਦਾ, ਦੁੱਖ ਨਾਲ ਕਰਦਾ ਹੈ। ठीक है, मैंने सब कुछ किया। उस बाद जो मैंने सब कुछ कर दिया तो सारे बच्चे भी पकड़े गए। ठीक है, फिर पिंड विचों बड़े बड़े लोग, अच्छे लोग, बच्चियां सारियां आन के मिन्नतां पैरां दे डिगण कुरान पाक लैके आ गए कि सानू माफ़ कर दो। कौन? मेरी बच्चियां। अच्छा, बेटियां ताड़ियां? बेटियां अपने भरा से आ गई? भरावां वास्ते आ गई। ते किसी दी बेटी नहीं? नहीं जी, ये भी बेटी, ये भी मेरी बेटी है। बेटी सी ते मैं तुरियाने दे नाल। कि बरादरी दी ताड़ी या 11 तो? मेरी अपनी है, मेरी पोती ओदी बेटी है। मेरे रिश्ते में दूरों बेटी पोती हैगी, ओदी बेटी है। अच्छा, मैंने इस चीज़ का दुख लगा तो मैं नाल टुरिया, मजबूर होया तो फिर सारी दुनिया ने मजबूर किया, फिर मैंने सुलह करनी पैगी। किने मजबूर किया था? बच्चियां ने आन के मेरी मिन्नतां कीतियां, पैर फड़े। हाँ जी। जिम्मेदार साहब कौन ने? वही सारे बाई जीडी दे ने जी। अच्छा, उन्होंने क्या सुलह कर लो? हाँ जी, सारे रल मिल के उन्होंने कहा कि हुण माफ़ कर, आखिर कत्ल भी हो जाते वही माफ़ होंदा है। जिम्मेदार साहब का की नाम है? फयाज साहब। फयाज साहब ने, जिम्मेदार ने, उन्होंने क्या सुलह कर लो? हाँ जी, गल खत्म कर। सारे पिंड ने किया, कुछ ने किया, सारे पिंड ने किया कि मतलब ऐसी चीज़ नूं सारा पिंड ਉਹ ਜਿਹੜਾ 5 माह ਦਾ ਬੱਚਾ ਸੀ ਜੋ ਤੁਹਾਡੀ ਬਹੂ ਜਿਹੜੀ ਹੈ ਹਮਲਾ ਸੀ ਉਹ ਵਾਪਸ ਲਿਆ ਸਕਦਾ? नहीं जी, वो तो नहीं वापस आ सकता। हुई है 15-20 दिन महीना। बेटे मेरे देखो, वो तो वापस कुछ भी नहीं आ सकता। हाँ। लेकिन अगर जे अगे खिंच के ले जाता मैं, तो फिर वो भी चीज़ वापस नहीं आनी। अच्छा, ਨੂੰ ਤੁਹਾਡੀ ਬੇਟੀਆਂ ਵਰਗੀ? हाँ जी, बिल्कुल इंशाल्लाह मेरी अपनी बच्चियां नाल भी अजीज है। ਉਹ ਤੁਹਾਡੀ ਬੇਟੀ ਕਹਿ ਰਹੀ ਹੈ ਕਿ ਮੈਨੂੰ ਇਨਸਾਫ ਚਾਹੀਦਾ। ਕਿਹੜੀ ਕਹਿ ਰਹੀ? ਤੁਹਾਡੀ ਬਹੂ? नहीं जी, नहीं, उन्होंने खुद ही माफ़ किया। ਹੁਣ मैं उन्होंने ਕਿਵੇਂ ਕਹਿੰਦੀ ਨਹੀਂ, ਸਾਨੂੰ ਉਹਨੇ ਕਿਹਾ ਕਿ ਉਹਨੂੰ ਇਨਸਾਫ ਚਾਹੀਦਾ। उसने माफ़ किया, मैं ਉਹ ਕਹਿੰਦੀ ਮੈਂ ਪੂਰੀ ਜ਼ਿੰਦਗੀ ਮਾਫ ਨਹੀਂ ਕਰ ਸਕਦੀ। हाँ जी, ਉਹ ਕਹਿ ਰਹੀ ਮੈਂ ਪੂਰੀ ਜ਼ਿੰਦਗੀ ਮਾਫ ਨਹੀਂ ਕਰ फिर ਸਕਦੀ। उसने पूछ लो जी, कहती तो ठीक, ਉਹਦੀ ਮਰਜ਼ੀ ਬਾਤ ਹੈ ਕਿ ਸਾਡੇ ਕੋਲ ਨਹੀਂ ਸਾਨੂੰ ਕਿਹਾ ਤੇ ਮਾफ़ ਕਰ ਦਿੱਤਾ, ਮੈਂ ਤਦ ਵਾਸਤੇ ਕੀਤਾ। ਇਨਸਾਨੀ ਅਖਲਾਕੀ ਤੌਰ ਤੇ ਅਗਰ ਕਿਸੇ ਨਾਲ ਵੀ ਹਰਕਤ ਹੋਏ ਉਹ ਕਦੀ ਮਾਫ ਕਰ ਸਕਦਾ? ਨਹੀਂ ਕਰ ਸਕਦਾ। ਉਹ ਆਖਰ ਕੁਝ ਵੀ ਹੋ ਜਾਵੇ, ਇਨਸਾਨ ਆ ਨਾ, ਇਨਸਾਨ ਆਖਰ ਮਾਫੀ ਹੁੰਦੀ ਹੈ। ਕੁਝ ਵੀ ਹੋ ਜਾਵੇ, ਜਿੰਨਾ ਕੁਝ ਵੀ ਤੁਸੀਂ ਕਰ ਲੋਗੇ, ਆਖਰ ਮਾਫੀ ਹੁੰਦੀ ਹੈ। ਲੇਕਿਨ ਉਹ ਬੀਬੀ ਪੂਰੀ ਜ਼ਿੰਦਗੀ ਮਾਫ ਨਹੀਂ ਕਰ ਸਕਦੀ। ਅਜੀ ਫਿਰ ਤੁਸੀਂ ਉਹਨੂੰ ਪੁੱਛਿਆ ਹੋਵੇਗਾ, ਮੈਨੂੰ ਤਾਂ ਕਿਹਾ ਸਾਨੂੰ ਨੇ ਮਾਫ ਕੀਤਾ ਤੇ ਮੇਰੇ ਨਾਲ ਗਈ, ਉਸਨੇ ਜਾ ਕੇ ਬਿਆਨ। ਜਦੋਂ ਜ਼ਿੰਮੇਦਾਰ ਆ ਗਿਆ, ਪੂਰਾ ਪਿੰਡ ਆ ਗਿਆ, ਤੁਹਾਡੀ ਬੇਟੀਆਂ ਆ ਗਈਆਂ, ਕੁਰਾਨ ਆ ਗਿਆ, ਤੇ ਫਿਰ ਤੇ ਤੁਸੀਂ ਕਿਹਾ ਹੋਣਾ ਤੇ ਉਹ ਅੱਗੋਂ ਕੀ ਕਹੇ? ਉਹਨੇ ਕਿਹਾ ਵੀ ਬੱਚੇ, ਉਹਨੇ ਤੇ ਆਪਣੇ ਹਾਵਨ ਦੇ ਨਾਲ ਰਹਿਣਾ ਹੀ, ਹੁਣ ਜ਼ਿੰਦਗੀ ਗੁਜ਼ਾਰਨੀ। ਉਹਨੇ ਕਿਹਾ ਬੂ ਜੀ, ਦੋ ਬੱਚੇ ਨੇ। ਉਹਨੇ ਕਿਹਾ ਬੂ ਜੀ ਤੁਸੀਂ ਕਹਿੰਦੇ ਠੀਕ ਹੈ, ਫਿਰ ਸਹੀ ਕਰ ਲੈਣੇ। ਉਹ ਵੀ ਸਾਡੇ ਨਹੀਂ ਉਕੜੇ ਗਿਆ। ਜਦੋਂ ਪੂਰਾ ਮਾਸ਼ਰਾ ਇੱਕ ਤਰਫ ਖੜਾ ਹੋ ਗਿਆ ਤਾਂ ਬੀਬੀ ਕੱਲੀ ਰਹਿ ਗਈ ਤੇ ਉਹਨੇ ਤੇ ਫਿਰ ਨਹੀਂ ਭਾਜੀ, ਮੇਰੇ ਨਾਲ ਖਲੋਤੀ ਸੀ, मतलब मैं क्यों ਕੱਲੀ ਰਹਿ ਗਈ? ਕੱਲੀ ਅੱਲਾ ਮਾਫੀ ਕਿਉਂ, ਸਾਡੀ ਧੀ ਹੈ ਵੀ ਅਸੀਂ ਉਹ ਕੱਲੀ ਹੋ ਗਈ, ਕੱਲੀ ਨਹੀਂ ਹੋ ਸਕਦੀ। ਅੱਛਾ, ਲੇਕਿਨ ਜੋ ਵੀ ਕੰਮ ਮਾਲ ਬਾਤ ਹੁੰਦੇ ਨੇ ਉਹ ਮਿਲ ਕੇ ਹੁੰਦੇ ਨੇ, ਕੱਲਾ ਨਹੀਂ ਕੋਈ ਵੀ ਕੁਝ ਕਰ ਸਕਦਾ। ਅੱਛਾ, ਅਗਰ ਉਹ ਕਹਿੰਦੀ ਕਿ ਮੈਂ ਨਹੀਂ ਕਰਨੇ ਤੇ ਮੈਂ ਕੀ ਕਰ ਸਕਦਾ ਸੀ? ਤੁਸੀਂ ਹੁਣ ਕੋਈ ਕਾਰਵਾਈ ਨਹੀਂ ਕਰਾਓਗੇ ਆਪਣੇ ਬੇਟੇ ਦੇ ਖਿਲਾਫ? ਨਹੀਂ ਜੀ, ਹੁਣ ਕਾਰਵਾਈ ਖਤਮ ਕਰਾਤੀ ਖਤਮ ਕਰਾਤੀ ਜੀ, ਤੇ ਉਹਨੂੰ ਕੋਈ ਸਜ਼ਾ ਨਹੀਂ ਹੋਈ? ਨਹੀਂ ਜੀ, ਉਹਨੇ ਜ਼ੁਲਮ ਕੀਤਾ। ਦੇਖੋ ਜੀ, ਜ਼ੁਲਮ ਤਾਂ ਹੁਣ ਫਿਰ ਹੁੰਦੇ ਦਿੰਦੇ ਨੇ ਦੁਨੀਆ ਦੇ ਵਿੱਚ, ਫਿਰ ਮਾਫੀ ਵੀ ਹੁੰਦੀ ਰਹਿੰਦੀ ਹੈ। ਇਹ ਤੁਸੀਂ ਮੰਨਦੇ ਹੋ ਕਿ ਜ਼ੁਲਮ ਹੋਇਆ? ਹਾਂਜੀ, ਹੋਇਆ ਜ਼ੁਲਮ, ਹਾਂਜੀ, ਜ਼ਿਆਦਤੀ ਹੋਈ ਹੈ, ਗਲਤ ਹੋਇਆ, ਹਾਂਜੀ, ਲੇਕਿਨ ਉਹਨੂੰ ਸਜ਼ਾ ਨਹੀਂ ਮਿਲੀ। ਨਹੀਂ ਮਿਲੀ। ਕੋਈ ਬੇਟਿਆਂ ਦੀ ਆਪਸ 'ਚ ਕੋਈ ਲੜਾਈ ਸੀ, ਤਕਰਾਰ ਸੀ? ਨਹੀਂ ਬੇਟੇ, ਕੋਈ ਫਸਾਦ ਮਸਲਾ? ਕੋਈ ਚੀਜ਼ ਨਹੀਂ ਜੀ। ਅੱਛਾ, ਜਿਹੜੀ ਤੁਹਾਡੀ ਵੱਡੀ ਨੂੰਹ ਹੈਗੀ ਹੈ ਜਿਹਨੇ ਹਰਕਤ ਕੀਤੀ ਹੈ, ਸਾਰਾ ਫਸਾਦ ਪਵਾਇਆ, ਉਹ ਕੁੜੀਆਂ ਵੇਚਣ ਦਾ ਤੇ ਖਰੀਦਣ ਦਾ ਇਹ ਸਾਰਾ ਕੰਮ ਕਰਦੀ ਹੈ। ਤੁਹਾਡੀ ਛੋਟੀ ਨੂੰਹ ਕਹਿ ਰਹੀ ਹੈ ਕਿ ਦੁਬਈ ਤੱਕ ਇਹ ਕੰਮ ਕਰਦੀ ਹੈ, ਮੁਤਾਸਰਾ ਸਿਦਰਾ ਕਹਿ ਰਹੀ ਹੈ। ਨਹੀਂ ਬੇਟੇ, ਮੈਂ ਇਸ ਚੀਜ਼ ਦੇ ਖਾਮ ਖਾ ਝੂਠ ਬੋਲਾਂ। ਤੁਹਾਡੀ ਨੂੰਹ ਕਹਿ ਰਹੀ, ਸਿਦਰਾ ਕਹਿ ਰਹੀ। ਠੀਕ ਹੋਏਗਾ, ਲੇਕਿਨ ਮੈਂ ਇਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ। ਜਿੰਨੀ ਗੱਲ ਦਾ ਮੈਨੂੰ ਪਤਾ ਲੱਗਾ, ਮੈਂ ਉਸ ਚੀਜ਼ ਤੇ ਮਤਲਬ ਕੰਟਰੋਲ ਕੀਤਾ ਹੈ। ਵੱਡੀ ਨੂੰਹ ਹੈ ਤੁਹਾਡੀ, ਉਹਨੇ ਜ਼ੁਲਮ ਕੀਤਾ ਹੈ? ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਜ਼ੁਲਮ ਕੀਤਾ ਇਸ। ਜਿਹੜੀ ਨੂੰਹ ਹੈ ਸਿਦਰਾ, ਹਾਂਜੀ, ਇਹਦੇ ਮਾਪਿਓ ਨੇ ਕੁਝ ਨਹੀਂ ਕੀਤਾ ਤੁਹਾਨੂੰ? ਉਹਨਾਂ ਦੇ ਤਾਂ ਗੱਲ ਹੀ ਨਹੀਂ ਪਹੁੰਚੀ, ਅਸੀਂ ਐਵੇਂ ਝੂਠ ਮਾਰੀ, ਉਹਨਾਂ ਕੋਲ ਪਤਾ ਹੀ ਨਹੀਂ ਹੈਗਾ। ਕੀ ਨਾਂ ਹੈ ਅੰਮਾ ਜੀ ਆਪਣਾ? ਨਸਰੀਨ ਬੀਬੀ। ਨੂੰਹ ਸ਼ਾਦੀ ਨੂੰ ਕਿੰਨਾ ਅਰਸਾ ਹੋ ਗਿਆ? ਇਹਨਾਂ ਦੀ ਸ਼ਾਦੀ ਨੂੰ 2 ਸਾਲ ਹੋ ਚੱਲੇ। ਬੱਚਾ ਤੇ 4 ਸਾਲ ਦਾ? ਉਹ ਬੱਚਾ ਜਿਹੜਾ ਨਾ ਪਹਿਲਾ ਹੈਗਾ, ਮੈਂ ਪਹਿਲੇ ਸ਼ਾਦੀ ਹੋਈ ਸੀ ਨਾ, ਫਿਰ ਅਸੀਂ ਕੀਤਾ ਸੀ, ਉਦੋਂ ਤਲਾਕ ਲੈ ਲਈ ਸੀ। ਤੁਹਾਡੇ ਮੁੰਡੇ ਦੀ ਪਹਿਲੇ ਸ਼ਾਦੀ ਹੋਈ ਸੀ? ਨਹੀਂ, ਹਾਂਜੀ, ਸਾਡੇ ਮੁੰਡੇ ਦੀ ਪਹਿਲੇ ਸ਼ਾਦੀ ਹੋਈ ਸੀ। ਉਹਨਾਂ ਨੇ ਬੇਟਾ ਜਿਹੜਾ ਨਾ ਇੱਥੇ ਲੈ ਗਏ ਸੀ, ਪਤਾ ਨਹੀਂ ਆਪਸ ਵਿੱਚ ਦੇਰ ਭਰਜਾਈ ਬੋਲਣ, ਛੋਟਾ ਇਸ ਤੋਂ ਮੁੰਡਾ ਸੀ, ਆਪਸ ਵਿੱਚ ਬੋਲਣ ਤੇ ਉਹਨਾਂ ਨੇ ਕਿਹਾ ਵੀ ਉਹ ਜਿਹੜਾ ਨਾ ਬੱਚੇ ਛੱਡ ਕੇ ਚਲੀ ਗਈ ਆਪਦੇ ਮਾਪਿਆਂ ਤੇ। ਅਸੀਂ ਇੱਥੇ ਕੰਮ ਤੇ ਸੀ, ਸਾਨੂੰ ਨਹੀਂ ਪਤਾ ਹੈਗਾ। ਅਸੀਂ ਜਦੋਂ ਗਏ, ਅਸੀਂ ਪੁਣ ਛਾਣ ਮੇਰੇ ਬੰਦੇ ਨੇ ਕੀਤੀ ਕਰਕੇ ਤੇ ਪੁੱਛ ਦੱਸ ਕੇ, ਤੇ ਉਹਨੇ ਆ ਕੇ ਆਦੇ ਮੁੰਡੇ ਨੂੰ ਕਿਹਾਗਾ ਵੀ ਜਿਹੜਾ ਨਾ ਤੂੰ ਆਦੇ ਬੱਚੇ ਸੰਭਾਲ, ਸਾਰੀ ਗੱਲ ਸਾਡੇ ਹੋਈ ਹੈ ਗਈ। ਤੁਹਾਡੇ ਵੱਡੇ ਮੁੰਡੇ ਨੇ ਕਿਹਾ ਆ ਕੇ? ਹਾਂਜੀ,
ਇਸ ਮੁੰਡੇ ਨੇ ਕਿਹਾ ਤੇ ਇਹਨੇ ਜਿਹੜਾ ਜਾ ਕੇ ਪੁਣ ਛਣ ਕਰਕੇ ਤੇ ਪੁੱਛ ਦੱਸ ਕੇ ਤੇ ਇਹ ਬੱਚੇ ਛੱਡ ਕੇ ਆਇਆ ਉੱਥੇ। ਉਹਨੇ ਆਖਿਆ ਵੀ ਆਦੇ ਬੱਚੇ ਆਪੇ ਸੰਭਾਲੋ, ਅਸੀਂ ਕੋਈ ਠੇਕਾ ਨਹੀਂ ਚਾਹਿਆ। ਮੇਰੇ ਆਪ ਦੇ ਛੋਟੇ ਛੋਟੇ ਪੁੱਤਰ ਬੱਚੇ ਨੇਗੇ। ਮੈਂ ਖਰੇ ਆਪਣੇ ਆਪ ਕਿੱਦਾਂ ਵਕਤ ਸਾਰਦੀ ਪਈ ਹਾਂ। ਅੱਛਾ, ਅਸੀਂ ਆ ਗਏ ਆਂਗੇ, ਅਸੀਂ ਉਹਦੇ ਪਿੱਛੇ ਗਏ ਨਹੀਂ। ਜਦੋਂ ਬੱਚੀ ਉੱਥੋਂ ਨੱਸ ਕੇ ਆਈ ਹੈ ਗਈ, ਉਦੋਂ ਫਿਰ ਸਾਨੂੰ ਮੇਰਾ ਦੇਰ ਆਇਆ, ਉਹਨੇ ਮੇਰੇ ਨਾਲ ਸਾਡੇ ਨਾਲ ਗੱਲ ਕੀਤੀ ਹੈ ਵੀ ਇਹਦੇ ਤਾਂ ਬੱਚੀ ਆਈ ਹੈ, ਤੈਨੂੰ ਮਾਰਿਆ ਕੁੱਟਿਆ ਇਹਨੇ ਤੇ ਬੱਚਾ ਉਹਦਾ ਜ਼ਾਇਆ ਹੋ ਗਿਆ। ਮੇਰਾ ਮੀਆਂ ਫਿਰ ਗਿਆ ਗਾ, ਜਾ ਕੇ ਲੈ ਆਇਆ ਗਾ ਪਤਾ ਕਰਕੇ ਤੇ ਬੱਚੀ ਨੂੰ ਲੈ ਆਇਆ ਇੱਥੇ ਲਿਆ ਕੇ ਤੇ ਅਸੀਂ ਤਰਲਾ ਮਿੰਨਤ ਲੋਕਾਂ ਦਾ ਕਰਕੇ ਤੇ ਅਸੀਂ ਕੀਤਾ ਹੈਗਾ। ਭੈਣਾਂ ਭਰਾ ਬੱਚੇ ਧੀਆਂ ਧੈਣੀਆਂ ਆ ਗਈਆਂ, ਕੁਰਾਨੇ ਪਾਕ ਆ ਗਿਆ। ਉਹਨੇ ਕਿਹਾ ਵੀ ਜਿਹੜਾ ਨਾ ਤੁਸੀਂ ਅੱਲਾ ਵਾਸਤੇ ਸਾਨੂੰ ਮਾफ़ ਕਰ ਦਿਓ, ਸਾਡੇ ਕੋਲ ਗਲਤੀ ਹੋਈ ਹੈਗੀ। ਅਸੀਂ ਬੇਟਾ ਕੁਰਾਨ ਦੇ ਸਦਕੇ ਉਹਨਾਂ ਨੂੰ ਮਾफ़ ਕਰ ਦਿੱਤਾ। ਕਿਵੇਂ ਮਾफ़ ਕਰ ਸਕਦੇ? ਕਿਵੇਂ ਮਾफ़ ਕਰ ਸਕਨੇ? ਜ਼ੁਲਮ ਹੋਇਆ ਨਾ ਤੁਹਾਡੀ ਨੂੰਹ ਨਾਲ? ਜ਼ੁਲਮ ਹੋਇਆ ਹੈਗਾ, ਜ਼ਿਆਦਤੀ ਹੋਈ ਹੈ, ਅਸੀਂ ਮੰਨਦੇ ਹਾਂ, ਸਾਰਾ ਕੁਛ ਹੀ ਹੋਇਆ। ਹਮਲਾ ਸੀ ਪੰਜਵਾਂ? ਹਾਂਜੀ, ਉੱਥੇ ਜ਼ਿਆਦਤੀ ਹੋਈ ਹੈ। ਹਾਂਜੀ। ਤੁਹਾਡੇ ਵੱਡੇ ਬੱਚੇ ਨੇ ਤੇ ਵੱਡੀ ਨੂੰਹ ਨੇ ਵੇਚਿਆ ਉਹਨੂੰ ਜਾ ਕੇ 50,000 ਤੇ? ਹਾਂਜੀ ਵੇਚਿਆ। ਹਾਂਜੀ। ਫਿਰ ਉਹ ਭੱਜੀ ਹੈ, ਫਿਰ ਦੁਬਾਰਾ ਜਾ ਕੇ ਉਹ ਤੁਹਾਨੂੰ ਛੱਡ ਕੇ ਆਏ ਨੇ? ਹਾਂਜੀ, ਐਵੇਂ ਹੀ ਹੋਇਆ। ਹਾਂਜੀ। ਤੇ ਤੁਹਾਡੀ ਅਗਰ ਆਪਣੀ ਬੇਟੀ ਹੁੰਦੀ ਤੇ ਤੁਸੀਂ ਮਾफ़ ਕਰ ਦਿੰਦੇ? ਬੇਟਾ ਇਹਨੂੰ ਅਸੀਂ ਆਪਣੀ ਬੇਟੀ ਲਿਆ ਕੇ ਬਣਾ ਕੇ ਨਾ ਤੇ ਇਹਨਾਂ ਕੋਸ਼ਿਸ਼ ਕੀਤਾ ਨਾ। ਜੇ ਅਸੀਂ ਆਪਣੀ ਬੇਟੀ ਨਾ ਬਣਾਉਂਦੇ, ਜੇ ਅਸੀਂ ਆਖਦੇ ਵੀ ਸਾਡੀ ਨੂੰਹ ਹੈਗੀ, ਨੂੰਹ ਤਾਂ ਨਹੀਂ ਨਾ ਅਸੀਂ ਬਣਾਈ, ਅਸੀਂ ਆਪਣੀ ਧੀ ਬਣਾਈ ਹੈ। ਜਦੋਂ ਸਾਡੀ ਜੰਮੀ ਅਗਾਂਹ ਜਾਵੇਗੀ। ਤੁਹਾਡੇ ਇੱਕ ਬੱਚੇ ਨੇ ਤੁਹਾਡੀ ਇੱਕ ਨੂੰਹ ਨਾਲ ਜ਼ਿਆਦਤੀ ਕੀਤੀ ਹੈ ਤੇ ਤੁਸੀਂ ਆਪਣੇ ਮਾफ़ ਕਰਤਾ ਬੱਚੇ ਨੂੰ, ਇਹ ਕਿਵੇਂ ਹੋ ਸਕਦਾ? ਬੇਟਾ ਫਿਰ ਹੁਣ ਕੁਰਾਨ ਨਾਲੋਂ ਤਾਂ ਕੋਈ ਚੀਜ਼ ਅੱਗੇ ਨਹੀਂ ਹੈ ਨਾ। ਸਾਰੇ ਧੀਆਂ ਪੁੱਤਰ ਤੁਸੀਂ ਸਾਰੇ ਖੜੇ ਜੇ, ਤੁਸੀਂ ਇੱਕ ਮੇਲਾ ਬਣ ਕੇ ਆ ਜਾਓ ਤੇ ਕੁਰਾਨ ਪਾਕ ਬੂਹੇ ਤੇ ਤੇਰੇ ਤੇ। ਕੁਰਾਨ ਤੇ ਇਨਸਾਫ ਦਾ ਦਰਸ ਦਿੰਦਾ ਨਾ, ਸੱਚਾਈ ਦਾ ਦਰਸ ਦਿੰਦਾ। ਬਿਲਕੁਲ ਜੀ ਬੇਟਾ, ਤੁਸੀਂ ਜ਼ਿਆਦਤੀ ਕੀਤੀ ਨਾ। ਕਹਿੰਦੇ ਅਸੀਂ ਨਹੀਂ ਜ਼ਿਆਦਤੀ ਕੀਤੀ, ਅਸੀਂ ਜਿਹੜਾ ਸੁਲ੍ਹਾ ਕਰਕੇ ਨਹੀਂ ਸੀ। ਨੂੰ ਕਹਿੰਦੀ ਹੈ ਕਿ ਉਹਨੂੰ ਇਨਸਾਫ ਚਾਹੀਦਾ। ਇਨਸਾਫ ਜਿਹੜਾ ਦੋ ਜਨਾਂ ਦਾ ਸਰਦਾਰ ਸੀ, ਉਹਨਾਂ ਨੂੰ ਨਾ ਇਨਸਾਫ ਉਹਨਾਂ ਨੇ ਕੀ ਬੜਾ ਕੁਛ ਕੀਤਾ ਹੈਗਾ। ਜਦੋਂ ਇਨਸਾਨ ਇੰਨਾ ਕੁਛ ਕਰ ਜਾਂਦਾ ਨਾ ਪੁੱਤਰ, ਅਸੀਂ ਦੋ ਜਨਾਂ ਦੇ ਸਰਦਾਰ ਨੂੰ ਵੇਖ ਕੇ ਨਾ ਅਸੀਂ ਉਹਨਾਂ ਨੂੰ ਮਾफ़ ਕੀਤਾ, ਆਪ ਵੀ ਕੀਤਾ। ਸਾਡੀ ਨੂੰ ਸਿੱਧਰਾ ਕਹਿੰਦੀ ਕਿ ਮੈਂ ਉਹਨਾਂ ਨੂੰ ਪੂਰੀ ਜ਼ਿੰਦਗੀ ਕਦੀ ਮਾफ़ ਨਹੀਂ ਕਰ ਸਕਦੀ, ਕਿਉਂਕਿ ਉਹਦੇ ਨਾਲ ਜਿਹੜਾ ਜ਼ੁਲਮ ਹੋਇਆ ਕੋਈ ਵੀ ਹੋਏਗਾ ਉਹ ਕਦੀ ਮਾफ़ ਨਹੀਂ ਕਰੇਗਾ। ਪੂਰਾ ਪਿੰਡ ਇਕੱਠਾ ਹੋ ਗਿਆ, ਸਾਰੇ ਲੋਕ ਇਕੱਠੇ ਹੋ ਗਏ, ਖਾਨਦਾਨ ਇਕੱਠਾ ਹੋ ਗਿਆ, ਜ਼ਮੀਂਦਾਰ ਸਾਹਿਬ ਆ ਗਏ। ਹਾਂਜੀ। ਤਾਂ ਤੁਸੀਂ ਪੇਰੈਂਟਸ ਸਾਰੇ ਇਕੱਠੇ ਹੋ ਗਏ ਉਹਦੇ ਸਿਰ ਤੇ ਉਹਨੇ ਤਾਂ ਮਾਫ਼ ਹੀ ਕਰਨਾ ਸੀ। ਫਿਰ ਅਸੀਂ ਸਾਰਿਆਂ ਨੇ ਨਹੀਂ ਪਾਇਆ ਪੁੱਤਰ, ਅਸੀਂ ਨਹੀਂ ਪਾਇਆ। ਅੱਛਾ, ਨਹੀਂ ਪਾਇਆ। ਸਾਰੇ ਇਕੱਠੇ ਹੋਏ ਤੇ ਫਿਰ ਉਹਨੇ ਕਿਹਾ ਕਿ ਮਾਫ਼ ਕਰ ਦੇ। ਹਾਂਜੀ, ਅਸੀਂ ਪ੍ਰੈਸ਼ਰ ਨਹੀਂ ਪਾਇਆ। ਅਸੀਂ ਆਖਿਆ ਪੁੱਤਰ ਚਲੋ ਵੱਡਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ। ਅਸੀਂ ਇਹ ਤਾਂ ਜ਼ੁਲਮ ਹੋਇਆ। ਜ਼ੁਲਮ ਬਿਲਕੁਲ ਅਸੀਂ ਮੰਨਿਆ ਪੁੱਤਰ, ਜ਼ੁਲਮ ਹੋਇਆਗਾ। ਅਸੀਂ ਆਪ ਇਸ ਜ਼ੁਲਮ ਦੇ ਬਦਲੇ ਤੇ ਇੰਨਾ ਪੈਰ ਉਠਾਇਆਗਾ, ਲੇਕਿਨ ਉਹ ਵੀ ਔਲਾਦ ਹੈ ਤੇ ਉਹ ਵੀ ਔਲਾਦ ਹੈ। ਹਾਂ, ਇਹ ਵੀ ਬੱਚੇ ਨੇ, ਉਹ ਵੀ ਬੱਚੇ ਨੇ। ਤੁਸੀਂ ਉਹਨੂੰ ਔਲਾਦ ਸਮਝਦੇ ਹੋ? ਬਿਲਕੁਲ। ਹੁਣ ਸਿੱਟੇ ਤੇ ਨਹੀਂ ਨਾ ਜਾਂਦੀ। ਜ਼ੁਲਮ ਕੀਤਾ ਔਲਾਦ ਹੈ ਤੁਹਾਡੀ? ਹਾਂਜੀ, ਔਲਾਦ ਹੈਗੇ, ਉਹ ਵੀ ਬੱਚੇ ਨੇ, ਇਹ ਵੀ ਬੱਚੇ ਨੇ। ਕਿਸੇ ਕੋਲ ਸਿੱਟੇ ਤੇ ਨਹੀਂ ਨਾ ਮੇਰੇ ਪੁੱਤਰ ਚਾਹੁੰਦੇ ਨੇ। ਜਿਹੜੀ ਵੱਡੀ ਨੂੰਹ ਹੈ ਤੁਹਾਡੀ? ਹਾਂਜੀ। ਉਹਨੇ ਜ਼ੁਲਮ ਕੀਤਾ ਇਸ ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਜ਼ੁਲਮ ਕੀਤਾ ਇਸ ਪੁੱਤਰ। ਅਸੀਂ ਨਹੀਂ ਇਹ ਨਹੀਂ ਆਂਦੇ ਵੀ ਉਹਨੇ ਜ਼ੁਲਮ ਨਹੀਂ ਕੀਤਾ। ਸਾਡੀ ਛੋਟੀ ਨੂੰ ਕਹਿ ਰਹੀ ਹੈ ਕਿ ਉਹ ਕੋਈ ਦੁਬਈ ਤੱਕ ਉਹਦਾ ਕੰਮ ਚੱਲਦਾ ਹੈ। ਨਹੀਂ ਪੁੱਤਰ, ਮੈਂ ਨਹੀਂ, ਅਗਰ ਤੱਕ ਮੈਂ ਨਹੀਂ ਜਾਣਦੀ ਵੀ ਦੁਬਈ ਜਾਂਦੀਆਂ ਜਿੱਥੇ ਜਾਂਦੀਆਂ, ਮੈਨੂੰ ਜਿੱਤਾਂ ਦੇ ਪਤਾ ਨਾ। ਆਪਾਂ ਪੁੱਤਰ ਜਿੱਥੋਂ ਤੋਂ ਸੁਣਿਆ ਨਾ, ਉਹਦੇ ਪਿੱਛੇ ਨਾ ਅਸੀਂ ਉਹਦੇ ਬੂਹੇ ਤੇ ਅੱਜ ਤੱਕ ਗਏ ਹਾਂ ਤੇ ਨਾ ਅਸੀਂ ਆਏ ਹਾਂ। ਜਦੋਂ ਇੱਕ ਦੋ ਵਾਰੀ ਤੈਨੂੰ ਸਮਝਾਉਣਾ ਵੀ ਬੇਟਾ ਆਹ ਕੰਮ ਨਹੀਂ ਅੱਛਾ ਹੈਗਾ, ਤੂੰ ਨਾ ਕਰ, ਜਦੋਂ ਤੂੰ ਮੰਨਣਾ ਹੀ ਨਹੀਂ ਹੈਗਾ। ਅੱਛਾ, ਤੁਹਾਡੀ ਨੂੰ ਜਿਹੜੀ ਹੈ ਛੋਟੀ ਸਿਦਰਾ, ਜਦੋਂ ਘਰੋਂ ਗਈ ਸੀ ਜਠਾਣੀ ਦੇ ਨਾਲ, ਹਾਂਜੀ, ਕੀ ਕਹਿ ਕੇ ਗਏ ਸੀ? ਇਹ ਬੇਟਾ ਸਾਨੂੰ ਨਹੀਂ ਇਹਦਾ ਪਤਾ ਹੈਗਾ। ਜਦੋਂ ਗਏ ਨਾ ਉਦੋਂ ਦਾ ਵੀ ਨਹੀਂ ਪਤਾ। ਆਪਣੇ ਹਾਵਨ ਨੂੰ ਦੱਸ ਕੇ ਗਈ ਸੀ? ਆਪਦੇ ਖਾਵਨ ਨਾਲ ਗੱਲਬਾਤ ਕੀਤੀ ਇਹਨੇ। ਜਾਂ ਕਿੱਥੇ ਬਾਹਰ ਜਾਂਦੀ ਸੀ ਤੁਹਾਨੂੰ ਦੱਸ ਕੇ ਨਹੀਂ ਜਾਂਦੀ? ਨਹੀਂ, ਸਾਨੂੰ ਨਹੀਂ ਦੱਸਿਆ ਇਹਨੇ ਗਾ। ਹੁਣ ਤਾਂ ਮੂੰਹ ਤੇ ਬੈਠੀ ਹੈ ਨਾ ਪੁੱਤ, ਝੂਠ ਮਾਰਨ ਦੇ ਵਿੱਚ ਫਾਇਦਾ ਨਹੀਂ। ਅਸੀਂ ਇੱਥੇ ਸ਼ਹਿਰ ਵਿੱਚ ਸੀ। ਹਾਵਨ ਨੂੰ ਦੱਸ ਕੇ ਗਈ ਸੀ? ਆਪਦੇ ਖਾਵਨ ਨਾਲ ਗੱਲ ਕੀਤੀ ਸੀ ਜਾਂ ਆਪਣੇ ਤੇ ਜਾਣਾ ਹੈ, ਜਠਾਣੀ ਦੀ ਕੋਈ ਸਹੇਲੀ ਉਹਦੀ? ਹਾਂਜੀ, ਇਹ ਨਹੀਂ ਪਤਾ ਕਰਕੇ ਗਈ ਹੈ ਕਿ ਨਹੀਂ। ਜਿੰਨੀ ਗੱਲ ਤਾਂ ਸਾਨੂੰ ਪਤਾ ਪੁੱਤਰ, ਅਸੀਂ ਤੁਹਾਡੇ ਕੇ ਦੱਸ ਦਿੱਤੀ ਕਿ ਇੰਨਾ ਕੁ ਸਾਨੂੰ ਪਤਾ ਹੈਗਾ। ਤੁਹਾਡੀ ਨੂੰ ਠੀਕ ਹੈ ਨਾ? ਹਾਂਜੀ, ਬਹੁਤ ਗਲਤ ਨਹੀਂ ਕੀਤਾ? ਨਹੀਂ, ਉਹਨੇ ਨਹੀਂ ਗਲਤ ਕੀਤਾ। ਜ਼ਿਆਦਤੀ ਉਹਨਾਂ ਨੇ ਕੀਤੀ? ਜ਼ਿਆਦਤੀ ਉਹਨਾਂ ਨੇ ਕੀਤੀ ਸੀ ਤੇ ਤੁਸੀਂ ਉਹਨਾਂ ਨੂੰ ਮਾਫ਼ ਕਰ ਦਿੱਤਾ ਕੁਰਾਨ ਦੇ ਸਦਕੇ। ਬੱਚੇ ਨਿੱਕੇ ਨੇ, ਫਿਰ ਹੁਣ ਕੀ ਕਰੀਏ? ਇਹਦੇ ਵੀ ਬੱਚੇ ਹੈਗੇ ਨੇ? ਇਹਦੇ ਵੀ ਬੱਚੇ ਨੇ, ਉਹਦੇ ਵੀ ਬੱਚੇ ਨੇ। ਔਲਾਦ ਆਂਦਰਾ ਹਰ ਪਾਸੋਂ ਸੜਦੀਆਂ ਆਣਗੀਆਂ। ਅੱਛਾ, ਤੁਹਾਡੀ ਜਿਹੜੀ ਨੂੰਹ ਹੈ ਸਿਦਰਾ, ਹਾਂਜੀ, ਇਹਦੇ ਮਾਪਿਓ ਨੇ ਕੁਝ ਨਹੀਂ ਕਿਹਾ ਤੁਹਾਨੂੰ? ਨਹੀਂ, ਉਹਨਾਂ ਦੇ ਤਾਂ ਗੱਲ ਹੀ ਨਹੀਂ ਪਹੁੰਚੀ। ਅਸੀਂ ਐਵੇਂ ਝੂਠ ਮਾਰੀ ਵੀ ਆਏ, ਉਹਨਾਂ ਕੋਲ ਪਤਾ ਹੀ ਨਹੀਂ ਹੈਗਾ। ਕੁੜੀ ਦੇ ਮਾਪਿਆਂ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਹੀ ਨਹੀਂ ਕਿ ਉਹਨਾਂ ਦੀ ਬੇਟੀ ਨਾਲ ਕਿੰਨਾ ਵੱਡਾ ਜ਼ੁਲਮ ਹੋ ਗਿਆ, ਕਿੰਨੀ ਵੱਡੀ ਜ਼ਿਆਦਤੀ ਹੋ ਗਈ, ਕਿੰਨੀ ਨਾਇਨਸਾਫੀ ਹੋ ਗਈ, ਉਹਨਾਂ ਨੂੰ ਪਤਾ ਹੀ ਨਹੀਂ ਗਾ। ਨਹੀਂ, ਉਹਨਾਂ ਨੂੰ ਨਹੀਂ ਪਤਾ ਪੁੱਤਰ। ਜਿਹੜਾ ਝੂਠ ਹੁੰਦਾ, ਝੂਠ ਨਹੀਂ ਮਾਰਨਾ, ਸੱਚ ਬੋਲਣਾ। ਤੇ ਹਾਲੇ ਤੱਕ ਆਪਣੇ ਘਰ ਨਹੀਂ ਗਈ ਵਿਚਾਰੀ? ਨਹੀਂ, ਉੱਥੇ ਹਾਲੇ ਨਹੀਂ ਗਈ, ਜਾਣਾ ਹੈਗਾ ਇੱਕ ਦੋ ਦਿਨਾਂ ਤੱਕ ਜਾਣਾ ਹੈਗਾ ਸੀ। ਕਹਿੰਦੀ ਮੈਂ ਅੰਮੀ ਅੱਬੂ ਨੂੰ ਮਿਲਣਾ। ਮੈਂ ਕਿਹਾ ਪੁੱਤਰ ਚੱਲਾਂਗੇ ਆਪਾਂ, ਇੱਕ ਦੋ ਦਿਨਾਂ ਤੱਕ ਜਾਣਾ ਹੈਗਾ। ਅਸੀਂ ਨਾ ਜੀ
पिंड दे रैशी हाँ, माशाल्लाह छोटा मोटा डेरा भी है, जिमींदार हाँ। तो जो कोई पिंड का कोई मामला होंदा है ना, उदों लोग मतलब है आन के दसते हैं भी यह साड़ा रौला है, तो साडी सुलह या जिस तरीके की है। असो जो रौले का पता लगा ना भी इस तरह औरत वेची दिओर ने या जेठ ने, तो वो भी साड़ी सुलह करा दो। असं तो जिन्हें रुकवा होया सी वो शहर रहिंदा सी, असीं तो तिना चौं दोस्तां ने जिन्हें मतलब लोग पिंड की रूटीन के मुताबिक भी जरा मतलब कि चलो इन्हों की माफ़ी दवा दो या माफ़ी हो जाए, वो इस तरीके 3-4 बंदे उन्होंने कोल चले गए। असं उन्होंने जाके आख्या कि यार तुसीं आपस में जे ये वकूआ होना अल्लाह जाने होया नहीं होया ये तुहानूं पता है, लेकिन तुसीं आपस में जे अल्लाह वास्ते इन्होंने माफ़ी दे दो। उन्होंने मतलब कि आख्या कि पहलों तो तस्दीक करते रहे भी वकूआ होया कि साढ़े देर के मुताबिक ऐसा वकूआ नहीं है, लेकिन चलो उन्होंने कहने के मुताबिक आप मान लें भी चलो वकूआ होया, पर इनकी इलाज माफ़ी। वो असीं 3-4 बंदे जाके उन्होंने आख्या भी इन्होंने तुसीं आपस में अल्लाह वास्ते माफ़ी दे दो। उन्होंने आख्या कि ठीक है, जिस इन्होंने अल्लाह वास्ते माफ़ी दे दी, तो ना कोई इन्होंने पैसों की एक दूसरे ने डिमांड की, साडा और कोई रोल नहीं इहदे। साडे पिंड आम रूटीन के मुताबिक डेरियां दे कोई बंदा माड़ा लड़ पवे, असं उन्हें फिर बह के ना सुलह करवाने। खुली कचहरी वगैरह लगा रहे हैं सर? 300+ खुली कचहरी मुनक़द हुई हैं। रिजल्ट क्या आया उसका? क्राइम चूँकि आपका 50 से 60% आपका हीनियस क्राइम कम हो गया। स्ट्रीट क्राइम, मंशियात, कब्जा माफिया, ये बहुत मसले मसाइल हैं उकाड़ा के। मंशियात फरोशी के हवाले से काफ़ी इसका कला कमा हुआ है मुख्तलिफ इलाकों में। अब उकाड़ा में मंशियात नहीं मिलती? उकाड़ा में मंशियात कह सकते हैं कि नहीं मिलती। अब उकाड़ा में डकैतियाँ नहीं होती? हौसले से नहीं, वैसे भी नहीं होती। सिदरा जिसका ताल्लुक मुल्तान से है और उसकी शादी उकाड़ा में हुई, लेकिन कुछ अर्सा पहले उसके जेठ और जेठानी जिसका नाम आसिफ और नसीम बेगम है, वो उनको एक मिडल मैन मुनीर और कनीज़ा के थ्रू हमारी मैडम के पास लाए। और इनकी ये जो डील थी सिदरा को ख़रीदने की, वो पहले 1 लाख के दरमियान हुई। लेकिन जब सिदरा को मैडम के सामने लाया गया तो मैडम ने देखा कि सिदरा हामला है, तो मैडम ने उस लड़की को रखने से इनकार कर दिया और कहा कि ये लड़की मेरे किसी काम की नहीं है क्योंकि ये प्रेग्नेंट है। मैं पिछले 2 साल से इस मैडम के साथ काम कर रही हूँ और ये पहला वाक़या नहीं, इससे पहले भी कई लड़कियाँ यहाँ पर बिकने के लिए आती हैं। कुछ लड़कियाँ अपनी मर्ज़ी से आती हैं और कुछ को ज़बरदस्ती लाया जाता है। सिदरा का ताल्लुक मुल्तान से है और उसकी शादी उकाड़ा में हुई। कुछ अर्सा पहले उसका देवर आसिफ और उसकी बेगम नसीम उसको बेचने के लिए मैडम के कोठे पर लाई। और मैं बहुत सारे ऐसे वाक़यात की गवाह हूँ जिसमें बहुत सारी लड़कियों को ज़बरदस्ती बेचने के लाया जाता है। कुछ लड़कियां अपनी मर्ज़ी से आती हैं और कुछ को ज़बरदस्ती बेचा जाता है। आज जो मैं वाक़या बताने जा रही हूँ वो वाक़या सिदरा का है। सिदरा का ताल्लुक मुल्तान से है और उसकी शादी उकाड़ा में हुई, लेकिन उसको बेचने वाले कोई और नहीं थे, उसके ससुराल वाले थे, जिसमें उसका जेठ आसिफ और बेगम नसीम शामिल थी। इन लोग की जब पहले मैडम से बात हुई तो उनके दरमियान जो डील थी वो 1 लाख के दरमियान तय पाई। लेकिन जब सिदरा को मैडम के सामने पेश किया गया तो मैडम ने सिदरा को रखने से इनकार कर दिया और उसकी वजह ये थी कि सिदरा 5 माह की हामला थी। उसके हामला होने की वजह से मैडम ने कहा कि ये लड़की मेरे किसी काम की नहीं, मैं इसको अपने पास नहीं रख सकती। लेकिन बाद में सिदरा के जेठ आसिफ और उसकी जेठानी नसीम बेगम के इसरार पर 50,000 के दरमियान इनके मामला तय पा गए और मैडम सिदरा को अपने साथ रखने पर राज़ी हो गई। चूँकि मैं इस जगह पर रहती थी और मैं बहुत सारे वाक़यात की ऐनी शाहिद हूँ। इस लड़की को शदीद तशद्दुद का निशाना बनाया गया। इसके पेट पर ठोकरें मारी गई, ठुड्डे मारे गए। उसको इतना तशद्दुद का निशाना बनाया गया कि यहाँ तक कि उसका 5 माह का अमल ज़ाया हो गया। बज़ाहिर तो ऐसा लगता था कि सिदरा एक सादा लो लड़की थी जो शादीशुदा थी, तकरीबन 20 साल उसकी उम्र थी और उसके पहले से भी 2 बच्चे थे और वो दुनिया से बेखबर अपने आप में ज़िंदगी जी रही थी। लेकिन वो अंदाज़ा नहीं कर सकती थी उसके ससुराल वाले उसको इस कदर जुल्म का निशाना बनाएंगे कि उसको बेच ही डालेंगे। सिदरा इस सारी हकीकत से वाकिफ़ नहीं थी, इसलिए जब उसको कोठे पर लाया गया तो उसने वो तमाम काम करने से इनकार कर दिया जिस मकसद के लिए उसको लाया गया था, जिसकी वजह से उसको यहाँ पर मैडम ने शदीद तशद्दुद का निशाना बनाया। उसको ज़बरदस्ती जिस्म फरोशी पर मजबूर किया गया और उसको यहाँ तक कहा गया कि अगर वो उनकी बात नहीं मानेगी तो उसको जान से मार दिया जाएगा। इस दौरान मुसलसल सिदरा को तशद्दुद का निशाना बनाया जाता रहा, लेकिन सिदरा हाथ जोड़कर माफ़िया मांगती रही कि उसको जाने दिया जाए। एक दफ़ा सिदरा ने भागने की कोशिश की और वो लारी अड्डे भी पहुँच गई, लेकिन मुनीर और कनीज़ा उसको वापस मैडम के पास लेकर आए। सिदरा तकरीबन 1 माह वहाँ पर रही। सिदरा जब भी वापस आने का कहती तो उसको कहा जाता कि जब तक तुम्हारे 50,000 पूरे नहीं होंगे हम तुम्हें यहाँ से जाने नहीं देंगे। सिदरा इतनी बेबस थी कि वो अपने पास आने वाले मर्दों को
रिक्वेस्ट करती रही, दरख्वास्त करती रही कि प्लीज़ मुझे यहाँ से निकालने में मदद करें, लेकिन किसी ने उसकी मदद ना की और उसे कहा जाता कि हम खुद यहाँ पर पैसे लेकर आए हैं, हम तुम्हारी मदद कैसे कर सकते हैं। ये तो सिदरा की कहानी है, लेकिन हमारे पास बेशुमार लड़कियाँ ऐसी आती हैं कि जिनको बेचा जाता है, मगर उससे भी ज़्यादा तादाद उन लड़कियों की है जो मोहब्बत के झांसे में घर छोड़कर आती हैं। वो यहाँ तक कि अपना घर छोड़कर दूसरे शहरों में आती हैं और जिस महबूब के साथ वो घर छोड़कर भागती हैं वो भी इनको कबूल नहीं करता। और जब फिर मोहब्बत का भूत सर से उतरता है तो ज़िंदगी की तल्ख हकीकत सामने आती है। ना फिर वो घर की रहती हैं, ना वो कहीं और की रहती हैं, और उनके पास आखिरी ऑप्शन ऐसी जगह ही बचती हैं। खुली कचहरी वगैरह लगा रहे हैं सर? 300+ खुली कचहरी मुनक़द हुई हैं। रिजल्ट क्या आया उसका? क्राइम चूँकि आपका 50 से 60% आपका हीनियस क्राइम कम हो गया। स्ट्रीट क्राइम, मंशियात, कब्जा माफिया, ये बहुत मसले मसाइल उकाड़ा के। मंशियात फरोशी के हवाले से काफ़ी इसका कला कमा हुआ है मुख्तलिफ इलाकों में। अब उकाड़ा में मंशियात नहीं मिलती? उकाड़ा में मंशियात कह सकते हैं कि नहीं मिलती। अब उकाड़ा में डकैतियाँ नहीं होती? हौसले से नहीं, वैसे भी नहीं होती। खुली कचहरी वगैरह लगा रहे हैं सर? 1 जनवरी से लेकर अभी तक हमारी तकरीबन 300+ जो है वो खुली कचहरी मुनक़द हुई हैं, और उसमें हमारे ऑफिस में क्या उसमें क्या रिजल्ट क्या आया उसका? इसमें अभी जो रिजल्ट आया है, क्राइम चूँकि आपका 50 से 60% आपका हीनियस क्राइम कम हो गया, तो लोगों के समाजी इशूज़ ज़्यादा सामने आए हैं। सास बहू का झगड़ा है, दोनों भाइयों की आपस में, 2 भाइयों की आपस में लड़ाई है जायदाद के तनाज़ा पर। पुलिस के रवैये बदले हैं इससे? पुलिस का रवैया, पुलिस की अकाउंटेबिलिटी में मदद मिलती है आपको डेफिनेटली। जब आपका सोसाइटी के साथ ज़्यादा मौसर रोल होता है तो ज़्यादा उनके साथ आपकी अटैचमेंट होती है, ज़्यादा आप उनकी पब्लिक ग्रीवेंसेस को सुनते हैं, तो उसमें एक चेक एंड बैलेंस का निज़ाम कायम होता है। बिल्कुल, इतना चेक एंड बैलेंस आ जाए तो बड़ा एटीट्यूड में फर्क आता है, लोग मोहतात हो जाते हैं। मकामी तौर पर जो थाना कल्चर के हवाले से अगर बात की जाए तो जो लोकल टीएस हैं वर्किंग एट द पुलिस स्टेशन लेवल, वो फिर उनको उनकी अकाउंटेबिलिटी और उनकी जो सर्विलेंस सुपरविजन है वो काफ़ी ज़्यादा बढ़ जाती है, और इससे ओवरऑल आवाम के हकूक़ जो है वो उनको दाग दिलाने में काफ़ी हेल्प मिलती है। अच्छा, स्ट्रीट क्राइम, मंशियात, कब्जा माफिया, ये बहुत मसले मसाइल उकाड़ा के। इसमें हमारा यहाँ पे बड़ा एक मौसर सर्विलेंस का मैकेनिज़्म है। हमारे तमाम DIC के मेंबर्स जो हैं वो DIC की सतह पर ही हमें लिस्टें शेयर कर देते हैं, और हम हर 3 महीने के बाद स्पेशल ब्रांच से नए जो ड्रग पेडलर्स हैं उनकी लिस्टें लेके उनको सारों को अरेस्ट करके पाबंदी हासिल करके उनको सजाया भी करवा के फिर हम मज़ीद काम करते हैं। ये हम हमने कोशिश की है कि हम सर्विलेंस इनकी बढ़ाएँ। तो अभी मंशियात फरोशी के हवाले से काफ़ी इसका कला कमा हुआ है मुख्तलिफ इलाकों में, और इसके 100% तदारुक के लिए सोसाइटी के जो रोल है पॉजिटिव इसमें, उसकी तरफ भी हम जा रहे हैं। खुली कचहरियों में यही रोल उनको बताते हैं, बड़ों को, बुज़ुर्गों को, नंबरदारों को, शहरी इलाके में ताजरों को। आपके आने से सर क्राइम की रेशो में कितना फ़र्क आया उकाड़ा में? इसमें अगर हम बात करें, कम हुई है, क्या ज़्यादा हुआ? इसमें अगर हम बात करें तो ये एरिया में जो हमारे आने से पहले यहाँ पे शहर में वारदातें जो होती थी, फिर हमने यहाँ पे आए, हमने यहाँ पे नाकाबंदी भी इस्टेब्लिश की, रवायती पुलिसिंग के तमाम जो चीज़ें हैं उनको भी इम्प्लीमेंट किया। सेफ सिटी का यहाँ पे निज़ाम जो है वो हमारे आने के बाद जो है वो यहाँ पे प्रोमलगेट हुआ। उसके साथ साथ हमने डिजिटल पॉलिसिंग के तमाम टूल्स भी एम्प्लॉय किए। तो अभी हम आप कह सकते हैं इसको, बल्कि 15 की कॉल से एनालिसिस करके आप वेरीफाई कर सकते हैं कि आपका हीनियस क्राइम जो है 60 से 70% जो है वो आपके आने के बाद 60 से 70% कमी आई है। इसमें अभी हमारे पास जो अभी भी रूरल एरियाज़ में हमारे पास जो कैटल थेफ्ट के फाल फ्रंग एरियाज़ में, रिमोट एरियाज़ में जहाँ पे CCTVs भी नहीं हैं, जहाँ पे यकीनन इनसफिशेंट नंबर ऑफ रिसोर्सेज से आप पूरे एरिया को, अगर आप पूरे एरिया को देखें तो अगर हम ये जो फ्लड अफेक्टेड एरियाज़ में है वहाँ पर जाने में हमें 3 घंटे लग जाते हैं। तो वो रिमोट एरियाज़ में अक्सर औकात ये जो केटल थेफ्ट है इस पर हम जो है वो काम कर रहे हैं। इसके हवाले से जो है वो हमारी सर्विलेंस टीमें काम कर रही हैं, और या ट्रांसफार्मर थेफ्ट के कोई 2-4 इंसिडेंट इस तरह, यानी ओवरऑल आपका हीनियस क्राइम जो है वो तकरीबन यहाँ पे नापैद हो चुका है। सर नापैद हो चुका है, CCD के आने से क्या हुआ? CCD देखें, CCD को CIA का एक मैं नया लेटेस्ट वर्जन समझता हूँ, और पंजाब में क्या में पाकिस्तान से लेकर CIA ने हमेशा बहुत अच्छा काम किया, और मैं ये समझता हूँ कि CCD भी पंजाब पुलिस का एक फ़ाल जो है वो कंपोनेंट है जो हीनियस क्राइम को डेंट डालता है, और पुलिस और CCD मिलकर जो है वो
काम कर रहे हैं। मैं आपसे ये क्वेश्चन पूछता हूँ कि सीसीडी है या पंजाब पुलिस है, ओवरऑल अगर क्राइम कम होगा तो आप डेफिनेटली उसकी बेनिफिशियरी होंगे। मैं तो ऑपरेशन पुलिस जो ऑपरेशन है उनको मैं अप्रिशिएट करूंगा अगर क्राइम कम होगा, तो डेफिनेटली उसका हॉलमार्क जो है, उसका जो हॉलमार्क है, इट इज़ ऑलवेज द एंड दैट विल जस्टिफाई द मीन। तो मैं ये समझता हूँ कि पंजाब के जो बाशऊर सिटीजन्स हैं, ये उनका हक़ है कि उनको ये जानू माल और आबरू की हिफाजत की जाए, और यकीनन उसमें जो है वो काफ़ी हद तक जो है वो कमी भी आई है क्राइम में, और उसमें यहाँ पे भी पुलिस और सीसीडी का जो सीसीडी के आने से आई है या आपके आने से आई है? देखें, सीसीडी भी पंजाब पुलिस है, और पंजाब पुलिस के जो रेगुलर फोर्स है वो भी तनदेही से काम कर रही है। तो सीसीडी तो एक नॉमेनक्लेचर चेंज हुआ है, सीआईए के नाम बदल के सीसीडी रख दिया गया। नहीं, कोई आपको बूस्ट मिला है ऑपरेशंस में, आपको कोई हेल्प हुई है? डेफिनेटली जो आप अगर देखें इसके क़याम के तमाम मराहल को अगर आप देखें तो इसके रिसोर्सेज जो हैं वो पंजाब पुलिस से ही ऑफिसर्स पोस्ट हुए हैं सीसीडी में। तो हमारे पास ज़िला की लेवल पे भी अगर बात करें तो जहाँ पे जो सीसीडी के हेड हैं वो पहले प्रोएक्टिवली हमारे डीएसपी सिटी और डीएसपी हेडक्वार्टर के तौर पर काम कर रहे थे। अब उकाड़ा में मंशियात नहीं मिलती? उकाड़ा में मंशियात कह सकते हैं कि नहीं मिलती, लेकिन अगर कोई बंदा कनाइव करके शहरी हलकों के साथ मुश्किल से मिलती है, उसमें फिर हम शहरियों को ये अवेयर कर रहे हैं कि आप अपने इर्द गिर्द के माहौल पर नज़र रखें, और आप हमें जो मालूमात भी फ्राहम करेंगे हम देन एंड देर उसको रेक्टिफाई करते जाएंगे। ये ऑनगोइंग प्रोसेस होता है, चूहे बिल्ली का खेल है, और इसमें मैं समझता हूँ कि पुलिस ने काफ़ी हद तक जो है वो इसमें मौसर इसका तदारुक किया। अब उकाड़ा में डकैतियाँ नहीं होती इतने हौसले से? हौसले से नहीं, वैसे भी नहीं होती। वैसे भी नहीं होती। उकाड़ा में अब कब्ज़ा नहीं होता? कब्ज़ा नहीं होता। उकाड़ा अब सेफ़ है? उकाड़ा बिल्कुल सेफ़ है। यहाँ पे जो है मैं झांग में भी रहा हूँ, डीजी खान में भी रहा हूँ, लाहौर में भी रहा हूँ। यहाँ के रेवेन्यू के जो मामला है मच मोर स्ट्रीमलाइंड एज़ कम्पेयर टू दोज एरियाज़। तो यहाँ पे उस हवाले से मैं समझता हूँ कि लोगों के ख़ानदानी विरासती मामला ज़रूर हैं, लेकिन एक जिस तरह आपका होता है कि एक ऑर्गेनाइज्ड वे में कोई एक्टिविटी नहीं है यहाँ पे।